ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਪੂਨਮ ਚੌਧਰੀ। ਵੈਲ ਅਕਸਰ ਕਹਿੰਦੇ ਨੇ ਕਿ ਤੁਸੀਂ ਕਿਸੇ ਪੰਜਾਬੀ ਨੂੰ ਪੰਜਾਬ ਚੋਂ ਕੱਢ ਸਕਦੇ ਹੋ, ਲੇਕਿਨ ਉਸ ਪੰਜਾਬੀ ਦੇ ਦਿਲ ਚੋਂ ਪੰਜਾਬ ਨੂੰ ਨਹੀਂ ਕੱਢ ਸਕਦੇ। ਤੇ ਇਸ ਕਹਾਵਤ ਨੂੰ ਨਾ ਇੱਕ ਅਗਰ ਆਪਾਂ ਕਿਸੇ ਸ਼ਖਸੀਅਤ ਤੇ ਵੇਖੀਏ ਤਾਂ ਇਹ ਕਹਾਵਤ ਪੂਰੀ ਤਰ੍ਹਾਂ ਇੱਕ ਸ਼ਖਸੀਅਤ ਤੇ ਲਾਗੂ ਹੁੰਦੀ ਹੈ ਤੇ ਉਹਨੇ ਸੁੱਖੀ ਬਾਠ, ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਸੁੱਖੀ ਬਾਠ ਮੋਟਰਸ ਦੇ ਨਾਲ ਨਾ ਸਿਰਫ ਕੈਨੇਡਾ ਦੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ, ਬਲਕਿ ਆਪਣੇ ਪੰਜਾਬ ਨੂੰ ਵੀ ਹੁਣ ਹੋਰ ਜ਼ਿਆਦਾ ਅੱਗੇ ਲਿਜਾਣ ਦੇ ਲਈ, ਆਪਣੇ ਸੱਭਿਆਚਾਰ ਨੂੰ ਅੱਗੇ ਲਿਜਾਣ ਦੇ ਲਈ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਦੇ ਲਈ ਪੰਜਾਬ ਦੇ ਵਿੱਚ ਵੀ ਉਹ ਕੁਝ ਇਸ ਤਰ੍ਹਾਂ ਦੇ ਉਪਰਾਲੇ ਕਰ ਰਹੇ ਨੇ ਜੋ ਕਿ ਵਾਕਈ ਹੀ ਕਾਬਿਲੇ ਤਾਰੀਫ ਨੇ। ਤੇ ਅੱਜ ਅਸੀਂ ਇੱਥੇ ਪਹੁੰਚੇ ਹੋਏ ਹਾਂ ਜਿੱਥੇ ਜਲੰਧਰ ਦੇ ਵਿੱਚ ਪੰਜਾਬ ਭਵਨ ਦਾ ਉਦਘਾਟਨ ਹੋ ਰਿਹਾ ਤੇ ਸਪੈਸ਼ਲੀ ਸੁੱਖੀ ਬਾਠ ਖੁਦ ਇੱਥੇ ਮੌਜੂਦ ਨੇ ਇਸ ਚੰਗੇ ਉਪਰਾਲੇ ਦੀ ਸ਼ੁਰੂਆਤ ਕਰਨ ਦੇ ਲਈ ਤੇ ਲੋਕਾਂ ਤੱਕ ਆਪਣੇ ਸੱਭਿਆਚਾਰ ਨੂੰ ਪਹੁੰਚਾਉਣ ਦੇ ਲਈ, ਸੱਭਿਆਚਾਰ ਦੇ ਨਾਲ ਲੋਕਾਂ ਨੂੰ ਜੋੜੇ ਰੱਖਣ ਦੇ ਲਈ ਉਹਨਾਂ ਨੇ ਇਸ ਚੰਗੇ ਕੰਮ ਦੀ ਸ਼ੁਰੂਆਤ ਕੀਤੀ ਹੈ। ਤਾਂ ਜ਼ਰਾ ਤੁਹਾਡੀ ਮੁਲਾਕਾਤ ਕਰਵਾਉਂਦੇ ਸੁੱਖੀ ਬਾਠ ਜੀ ਨਾਲ। ਸਤਿ ਸ਼੍ਰੀ ਅਕਾਲ ਸਰ। ਉਹਨੂੰ ਪਹਿਲਾਂ ਤੇ ਤੁਹਾਨੂੰ ਤੇ ਸਾਂਝਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਸੁੱਖੀ ਬਾਠ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸੀਂ ਅਕਸਰ ਵੈਸੇ ਤੁਹਾਡੀ ਇਹ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਦੇ ਵਿੱਚ ਲੈਣੇ ਹੁੰਦੇ ਆ। ਕੈਨੇਡਾ ਵਾਲੇ ਜਿੰਨੇ ਵੀ ਸਾਡੇ ਦਰਸ਼ਕ ਨੇ, ਤੁਸੀਂ ਆਪਣੇ ਚੰਗੇ ਕੰਮਾਂ ਦੇ ਨਾਲ, ਆਪਣੀ ਸਕਸੈਸ ਦੇ ਨਾਲ ਹਰ ਕਿਸੇ ਨੂੰ ਇੰਸਪਾਇਰ ਕੀਤਾ ਹੈ। ਇੱਕ ਇੰਸਪੀਰੇਸ਼ਨ ਨੂੰ ਤੁਸੀਂ ਹਰ ਉਸ ਪੰਜਾਬੀ ਦੇ ਲਈ ਜੋ ਇੱਥੋਂ ਇੱਕ ਸੁਪਨਾ ਲੈ ਕੇ ਜਾਂਦਾ ਕਿ ਮੈਂ ਕੈਨੇਡਾ ਦੇ ਵਿੱਚ ਜਾ ਕੇ ਸੈਟਲ ਹੋਣਾ, ਉੱਥੇ ਜਾ ਕੇ ਮੈਂ ਆਪਣੀ ਫੈਮਿਲੀ ਦੇ ਨਾਲ ਸੈਟਲ ਹੁੰਦਾ। ਉਸ ਤੋਂ ਬਾਅਦ ਇੱਕ ਸੁਪਨਾ ਹੁੰਦਾ ਕਿ ਮੈਂ ਆਪਣੇ ਪੰਜਾਬ ਨੂੰ, ਆਪਣੇ ਸੱਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਵਾਂ, ਆਪਣੇ ਆਪ ਨੂੰ ਉਸ ਤਰ੍ਹਾਂ ਅੱਗੇ ਲੈ ਕੇ ਆਵਾਂ ਕਿ ਲੋਕਾਂ ਲਈ ਇੱਕ ਇੰਸਪੀਰੇਸ਼ਨ ਬਣਾ। ਤੇ ਹੁਣ ਤੁਸੀਂ ਉਸ ਲੈਵਲ 'ਤੇ ਹੋ ਕਿ ਸਾਰੇ ਜਦੋਂ ਤੁਹਾਨੂੰ ਵੇਖਦੇ ਨੇ ਤਾਂ ਸੋਚਦੇ ਨੇ ਕਿ ਇੱਕ ਦਿਨ ਅਸੀਂ ਵੀ ਸੁੱਖੀ ਬਾਠ ਵਾਂਗੂ ਨਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨਾ। ਤਾਂ ਫੀਲਿੰਗ ਕਿੰਨੀ ਪ੍ਰਾਊਡ ਵਾਲੀ? ਹਾਂ ਬਿਲਕੁਲ ਜੀ, ਜਦੋਂ ਤੁਸੀਂ ਕੋਈ ਆਪਣਾ ਨਿਸ਼ਾਨਾ ਬਣਾਉਂਦੇ ਹੋ, ਉਸ ਨਿਸ਼ਾਨੇ ਤੁਸੀਂ ਪਹੁੰਚਦੇ ਹੋ ਤੇ ਨੈਚੁਰਲੀ ਆ ਤੁਹਾਡੀ ਫੀਲਿੰਗ ਵੈਰੀ ਯੂ ਫੀਲ ਵੈਰੀ ਗੁੱਡ ਅਬਾਊਟ ਇਟ। ਹਾਂ ਮੈਂ ਵੀ ਕੋਸ਼ਿਸ਼ ਕਰ ਰਿਹਾ। ਵੈਸੇ ਸਭ ਤੋਂ ਪਹਿਲਾਂ ਤੇ ਉੱਪਰ ਵਾਲੇ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਇਹ ਸਫ਼ਰ ਬਹੁਤ ਹੀ ਸੁਹਾਵਣਾ ਸਫ਼ਰ ਜ਼ਿੰਦਗੀ ਦਾ ਵੈਸੇ ਕਦੀ ਵੀ ਉੱਪਰ ਵਾਲੇ ਨੇ ਮੈਨੂੰ ਡੋਲਣ ਨਹੀਂ ਦਿੱਤਾ ਹੈਗਾ। ਸੋ ਜਿੱਥੇ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਨੇ, ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਓਨਾ ਹੀ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ। ਬੇਸ਼ੱਕ ਉਹ ਮਾਂ ਬੋਲੀ ਦੀ ਗੱਲ ਹੋਵੇ, ਸਾਡੇ ਸੱਭਿਆਚਾਰ ਦੀ ਗੱਲ ਹੋਵੇ, ਆਪਣੇ ਵਿਰਾਸਤ ਦੀ ਗੱਲ ਹੋਵੇ, ਬੇਸ਼ੱਕ ਉਹ ਫਿਲੀਪੀਨ 'ਚ ਹੋਵੇ, ਬੇਸ਼ੱਕ ਉਹ ਥਾਈਲੈਂਡ 'ਚ ਹੋਵੇ, ਨੇਪਾਲ 'ਚ ਹੋਵੇ, ਪਾਕਿਸਤਾਨ ਜਾਂ ਮੇਰੇ ਇਸ ਪੰਜਾਬ ਦੇ ਵਿੱਚ ਹੋਵੇ, ਜਿੱਥੇ ਅਸੀਂ ਇਹਨਾਂ ਸਾਹਿਤਕ ਸਰਗਰਮੀਆਂ ਕਰਦੇ ਹਾਂ, ਉਹਦੇ ਨਾਲ ਨਾਲ ਜਿਹੜੀ ਸਾਡੀ ਸੁੱਖੀ ਬਾਠ ਫਾਊਂਡੇਸ਼ਨ ਹੈ ਉਹ ਭਲੇ ਦੇ ਕੰਮਾਂ ਵਿੱਚ ਜੁਟੀ ਹੋਈ ਹੈ, ਜਿਹਦੇ ਵਿੱਚ ਬਹੁਤ ਸਾਰੇ ਬੱਚੀਆਂ ਦੇ ਵਿਆਹ ਕਰਨੇ, ਮੈਡੀਕਲ ਕੈਂਪਸ ਲਗਾਉਣੇ। ਮੇਰੇ ਖਿਆਲ ਪੰਜਾਬ ਦੇ ਵਿੱਚ ਕੋਈ 40 ਦੇ ਕਰੀਬ ਕਾਲਜ ਨੇ ਜਿਨ੍ਹਾਂ 'ਚ ਅਨਫੋਰਚੂਨੇਟ ਬੱਚੀਆਂ, ਜਿਹੜੀਆਂ ਅਨਪ੍ਰਿਵਿਲੇਜ ਬੱਚੀਆਂ ਜਿਨ੍ਹਾਂ ਕੋਲ ਫੀਸਾਂ ਲਈ ਵੀ ਪੈਸੇ ਨੇ, ਉਹਨਾਂ ਦੀ ਪੜ੍ਹਾਈ ਦਾ ਕੰਮ ਚੱਲ ਰਿਹਾ। ਇਸ ਤਰ੍ਹਾਂ ਫਿਲੀਪੀਨ ਦੇ ਵਿੱਚ, ਥਾਈਲੈਂਡ ਅਤੇ ਨੇਪਾਲ ਦੇ ਵਿੱਚ ਵੀ ਮੈਡੀਕਲ ਕੈਂਪਸ ਵਗੈਰਾ ਲੱਗਦੇ ਨੇ, ਬੱਚਿਆਂ ਦੀ ਪੜ੍ਹਾਈ ਕਰਦੇ ਹਾਂ। ਪਰ ਅੱਜ ਦਾ ਜਿਹੜਾ ਪੂਨਮ ਜੀ ਆਪਾਂ ਇੱਥੇ ਜਿਹੜੇ ਇਕੱਠੇ ਹੋਏ ਹਾਂ ਸਾਰੀ ਦੁਨੀਆ ਦੇ ਉੱਤੇ, ਪਿਛਲੇ ਅਕਤੂਬਰ 2016 ਦੇ ਵਿੱਚ ਆਪਾਂ ਪੰਜਾਬ ਭਵਨ ਦੀ ਇਨੋਗ੍ਰੇਸ਼ਨ ਕੀਤੀ ਸੀ ਕੈਨੇਡਾ ਦੇ ਵਿੱਚ। ਇਹਨਾਂ ਬੇਸ਼ੱਕ ਵਿੱਚੋਂ ਸਾਲ ਡੇਢ ਸਾਲ ਕੋਵਿਡ ਦੇ ਕਰਕੇ ਅਸੀਂ ਥੋੜ੍ਹਾ ਸਲੋ ਡਾਊਨ ਹੋਣਾ ਪਿਆ, ਪਰ 5 ਸਾਲਾਂ ਦੇ ਵਿੱਚ ਇਹ ਪੰਜਾਬ ਭਵਨ ਨੇ ਦੁਨੀਆ ਭਰ ਵਿੱਚ ਇੱਕ ਆਪਣੀ ਵੱਖਰੀ ਪਛਾਣ ਬਣਾਈ। ਉਹਦੇ ਦੋ ਮੇਜਰ ਕਾਰਨ ਸੀ। ਇੱਕ ਤਾਂ ਮੈਂ ਪੋਲੀਟੀਕਲੀ ਐਕਟਿਵ ਨਹੀਂ ਹਾਂ, ਮੈਂ ਕੋਈ ਵੋਟਾਂ ਲਈ ਨਹੀਂ ਕੰਮ ਕਰਦਾ। ਦੂਸਰਾ ਸੀ ਕਦੀ ਕੋਈ ਫੰਡ ਨਹੀਂ ਰੇਜ਼ ਕਰਦੇ ਅਤੇ ਲੋਕਾਂ ਨੂੰ ਮਤਲਬ ਐਨ ਪਿਓਰ ਦਿਸਦਾ ਪਏ ਸੇਵਾ ਭਾਵਨਾ ਹੈ। ਅਤੇ ਹੁਣ ਅਦਾਰਾ ਇੰਨਾ ਕੁ ਵੱਡਾ ਹੋ ਗਿਆ ਵਰਲਡ ਵਾਈਡ, ਅਤੇ ਅਸੀਂ ਚਾਹੁੰਦੇ ਸੀ ਵੀ ਇਹਨੂੰ ਹੋਰ ਵੀ ਵਧੀਆ ਤਰੀਕੇ ਨਾਲ ਅਸੀਂ ਇਹਨੂੰ ਅੱਗੇ ਲੈ ਕੇ ਜਾਈਏ, ਆਪਣੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰੀਏ। ਸੋ ਉਹਦੇ ਲਈ ਮੇਰੇ ਜਹਿਨੇ ਦੇ ਵਿੱਚ ਪਿਛਲੇ ਸਾਲ ਸੀ, ਵੈਸੇ ਕਰੋਨਾ ਕਰਕੇ ਅਸੀਂ ਡਿਲੇ ਹੋ ਗਈ, ਅਤੇ ਅਸੀਂ ਕਿਉਂ ਨਹੀਂ ਇੱਕ ਸਬ ਆਫਿਸ ਜਿਹੜਾ ਪੰਜਾਬ ਭਵਨ ਦਾ ਉਹ ਜਲੰਧਰ 'ਚ ਖੋਲ੍ਹਿਆ ਜਾਵੇ। 3-4 ਉੱਥੇ ਸਾਡੇ ਵਰਕਰ ਬੈਠਣਗੇ, ਫੁੱਲ ਟਾਈਮ ਕੰਮ ਕਰਨਗੇ, ਅਤੇ ਉਹ ਜਿਹੜਾ ਮਾਂ ਬੋਲੀ ਲਈ ਕੈਨੇਡਾ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਜਿਹੜਾ ਬ੍ਰਿਜ ਦੀ ਤਰ੍ਹਾਂ ਬਣ ਕੇ ਅਤੇ ਇਹਨੂੰ ਜਾਂ ਅੱਜ ਦੇ ਯੁੱਗ ਦੇ ਨਾਲ ਟੈਕਨੋਲੋਜੀ ਨਾਲ ਜੋੜ ਕੇ ਅਤੇ ਦੁਨੀਆ ਭਰ ਦੇ ਵਿੱਚ ਮਾਂ ਬੋਲੀ ਨੂੰ, ਦੁਨੀਆ ਭਰ ਦੇ ਸਾਹਿਤਕਾਰਾਂ ਨੂੰ, ਸਾਹਿਤਕ ਸੰਸਥਾਵਾਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਜਿਹੜਾ ਮੇਰਾ ਗੋਲ ਹੈ, ਉਹਦੇ ਲਈ ਅੱਜ ਆਪਾਂ ਅੱਜ ਜਲੰਧਰ ਇਕੱਠੇ ਹੋਏ ਹਾਂ, ਜਿਹੜੀ ਅੱਜ ਪੰਜਾਬ ਭਵਨ ਦੇ ਜਲੰਧਰ ਆਫਿਸ ਦੀ ਇਨੋਗ੍ਰੇਸ਼ਨ ਹੈ।
ਅੱਛਾ, ਪੰਜਾਬੀਆਂ ਨੇ ਨਾ ਇੱਕ ਪੂਰੀ ਦੁਨੀਆ ਦੇ ਵਿੱਚ ਹੁਣ ਆਪਣਾ ਨਾਮ ਰੌਸ਼ਨ ਕਰ ਦਿੱਤਾ ਤੇ ਸਭ ਤੋਂ ਵੱਡੀ ਇਤਿਹਾਸਿਕ ਜਿੱਤ ਸਾਡੇ ਕਿਸਾਨ ਅੰਦੋਲਨ ਦੀ ਹੋਈ ਹੈ। ਲੇਕਿਨ ਇਸ ਦੇ ਨਾਲ ਨਾਲ ਨਾ ਇੱਕ ਅੰਦੋਲਨ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ, ਗੁਰਮੁਖੀ ਨੂੰ ਲੈ ਕੇ, ਸਾਡੀ ਮਾਂ ਬੋਲੀ ਨੂੰ ਲੈ ਕੇ, ਕਿ ਜਿਸ ਤਰ੍ਹਾਂ ਲੋਕ ਆਪਣੇ ਕਲਚਰ ਨੂੰ, ਆਪਣੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਨੇ। ਜਿਸ ਤਰ੍ਹਾਂ ਲੋਕੀ ਕਨਵੈਂਟ ਸਕੂਲਾਂ ਦੇ ਵਿੱਚ ਜਾ ਕੇ, ਜਿੱਥੇ ਪੰਜਾਬੀ ਹੁਣ ਲਾਗੂ ਹੀ ਨਹੀਂ ਹੁੰਦੀ, ਤਾਂ ਇਸ ਤਰ੍ਹਾਂ ਦੇ ਕਈ ਨਵੇਂ ਨਵੇਂ ਰੂਲਸ ਆ ਰਹੇ, ਤਾਂ ਲੋਕੀ ਨਾ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਹੋ ਰਹੇ ਨੇ। ਇਸ ਤਰ੍ਹਾਂ ਦਾ ਅੰਦੋਲਨ ਵੀ ਚੱਲ ਰਿਹਾ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਆਪਾਂ ਇਸ ਤਰ੍ਹਾਂ ਦੀ ਸ਼ੁਰੂਆਤ ਕਰਦੇ ਕਿ ਪੰਜਾਬ ਭਵਨ ਜਿਹੜਾ ਵਾ ਉਹ ਮਾਂ ਬੋਲੀ ਨੂੰ ਹੋਰ ਅੱਗੇ, ਉਹਨਾਂ ਸਾਹਿਤਕਾਰਾਂ ਨੂੰ ਹੋਰ ਅੱਗੇ ਆਉਣ ਦਾ ਮੌਕਾ ਦਿੰਦਾ ਹੈ, ਤੇ ਇਸ ਪੰਜਾਬ ਭਵਨ ਦੇ ਵਿੱਚ, ਸਾਡੇ ਇੱਧਰ ਜਲੰਧਰ ਵਾਲੇ ਪੰਜਾਬ ਭਵਨ ਦੇ ਵਿੱਚ ਕਿਹੜੇ ਕਿਹੜੇ ਸਾਹਿਤਕਾਰ ਨੇ ਜੋ ਅੱਜ ਸਾਡੇ ਨਾਲ ਜੁੜਨਗੇ ਤੇ ਕਿਸ ਤਰ੍ਹਾਂ ਹੋਰ ਅੱਗੇ ਸੇਵਾ ਕੀਤੀ ਜਾਏ? ਅੱਜ ਵੈਸੇ ਸਾਡੇ ਕੋਲ ਇੱਥੇ ਤਕਰੀਬਨ ਜਿਹੜੇ ਪੰਜਾਬ ਦੇ ਟੌਪ ਦੇ ਜਿਹੜੇ 50 ਕਵੀ ਨੇ, ਸ਼ਾਇਰ ਨੇ, ਲੇਖਕ ਨੇ, ਉਹ ਸ਼ਿਰਕਤ ਤੇ ਕਰ ਹੀ ਰਹੇ ਨੇ। ਪਰ ਨਾਲ ਦੀ ਨਾਲ ਮੈਂ ਪੂਨਮ ਜੀ ਇੱਥੇ ਜ਼ਰੂਰ ਜ਼ਿਕਰ ਕਰ ਦੇਣਾ ਚਾਹੁੰਦਾ ਕਿ ਜੇ ਅਸੀਂ ਜੋ ਮੈਂ ਕਰ ਰਿਹਾ ਠੀਕ ਹੈ, ਇਹ ਕਿਸੇ ਨੂੰ ਦਿਖਾਲੇ ਲਈ ਨਹੀਂ ਮੈਂ ਕਰ ਰਿਹਾ ਵੀ ਮੈਂ ਕੀ ਕਰ ਰਿਹਾ, ਮੈਂ ਤਾਂ ਆਪਣੇ ਪੀਸ ਆਫ ਮਾਈਂਡ ਲਈ ਕਰ ਰਿਹਾ। ਪਰ ਜਿੰਨਾ ਚਿਰ ਅਸੀਂ ਪੰਜਾਬੀ ਰਲ ਕੇ ਨਹੀਂ ਤੁਰਾਂਗੇ, ਜਿੰਨਾ ਚਿਰ ਬੱਚੇ ਦੀ ਮਾਂ ਘਰ ਪੰਜਾਬੀ ਨਾ ਬੱਚੇ ਨਾ ਬੋਲੇਗੀ, ਜਿੰਨਾ ਚਿਰ ਅਸੀਂ, ਸਾਡੇ ਸਾਈਨ ਬੋਰਡ ਹੋਏ, ਸਾਡੇ ਸਟਰੀਟਾਂ ਦੇ ਸਾਈਨ ਹੋਏ, ਅਸੀਂ, ਤੁਸੀਂ ਕੈਨੇਡਾ ਆਓ, ਏਅਰਪੋਰਟ ਤੇ ਉਤਰੋ, ਜੀ ਆਇਆਂ ਪੰਜਾਬੀ 'ਚ ਲਿਖਿਆ ਹੋਊਗਾ, ਸਟਰੀਟਾਂ ਦੇ ਨਾਂ ਅਸੀਂ ਪੰਜਾਬੀ 'ਚ ਰਖਵਾ ਲਏ, ਅਸੀਂ ਤੇ ATM ਪੰਜਾਬੀ 'ਚ ਚਲਣਾ ਕਰ ਲਿਆ। ਅਸੀਂ ਬੜੀ ਪੰਜਾਬੀ ਲਈ ਜਹਿਦ ਕਰਕੇ ਔਰ ਕਰ ਵੀ ਰਹੇ ਹਾਂ। ਕੈਨੇਡਾ ਦੇ ਵਿੱਚ ਮਾਂ ਬੋਲੀ ਨੂੰ ਬੜਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੀਜੇ ਨੰਬਰ ਤੇ ਇਸ ਵੇਲੇ ਕੈਨੇਡਾ ਵਿੱਚ ਪੰਜਾਬੀ ਲੈਂਗੁਏਜ ਹੈ। ਇੰਗਲਿਸ਼ ਹੈ, ਫਰੈਂਚ ਹੈ, ਉਹ ਤਾਂ ਰਹਿਣੀ ਹੈ। ਤੇ ਇਹਦਾ ਮਤਲਬ ਉਹਨਾਂ ਨੂੰ ਜੇ ਇੱਕ ਪਾਸੇ ਕਰੀਏ ਤਾਂ ਪੰਜਾਬੀ ਸਭ ਤੋਂ, ਜਿਹੜੇ ਬਾਹਰੋਂ ਲੋਕ ਗਏ ਨੇ ਉੱਥੇ ਬਸੇ, ਉਹ ਤੋਂ ਸਭ ਤੋਂ ਉੱਤੇ ਹੈ। ਬਹੁਤ ਵੱਡੀ ਐਫਰਟ ਨਾਲ ਹੋਇਆ ਸਾਰਾ ਕੁਝ। ਤੇ ਮੈਂ ਪੰਜਾਬ ਵਾਸੀਆਂ ਨੂੰ ਵੀ ਹੁਣ ਇਹ ਅਕਸਰ ਸੁਨੇਹਾ ਦਿੰਦਾ, ਬੱਚਿਆਂ ਨੂੰ ਇੰਗਲਿਸ਼ ਪੜ੍ਹਾਓ, ਫਰੈਂਚ ਪੜ੍ਹਾਓ, ਡੱਚ ਪੜ੍ਹਾਓ, ਜੋ ਮਰਜ਼ੀ ਪੜ੍ਹਾਓ, ਪਰ ਮਾਂ ਬੋਲੀ ਨਾ ਭੁੱਲਣ ਦਿਓ। ਸੋ ਇਹ ਕੋਸ਼ਿਸ਼ਾਂ ਨੇ, ਤੇ ਜਿਹੜਾ ਪੰਜਾਬ ਭਵਨ ਦਾ ਸਾਬਾ ਵਸੇ, ਇਹ ਇੱਥੇ ਦੀਆਂ ਸੰਸਥਾਵਾਂ ਨੂੰ, ਇੱਥੇ ਦੇ ਜਿਹੜੇ ਵਿਦਿਅਕ ਅਦਾਰੇ ਨੇ, NGOs ਨੇ, ਉਹਨਾਂ ਨਾਲ ਰਲ ਕੇ ਇਹ ਇੱਕ ਸਾਂਝਾ ਉਪਰਾਲਾ ਰਹੇਗਾ, ਹੋਏਗਾ ਤਦ ਜਦੋਂ ਅਸੀਂ ਸਾਰੇ ਇਕੱਠੇ ਤੁਰਾਂਗੇ। ਪੰਜਾਬ ਭਵਨ ਨਾ ਵੈਸੇ ਇੱਕ ਸਰਕਾਰੀ ਭਵਨ ਜਿਹੜੇ ਨੇ ਉਹ ਲੁਧਿਆਣੇ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਵੀ ਨੇ, ਜਿੱਥੇ ਅਕਸਰ ਹੀ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਜਿਹੜੇ ਨੇ ਹੁੰਦੇ ਨੇ। ਤੇ ਆਪਣਾ ਜਿਹੜਾ ਇੱਥੇ ਪੰਜਾਬ ਭਵਨ ਆਪਾਂ ਜਲੰਧਰ ਦੇ ਵਿੱਚ ਖੋਲ੍ਹਣ ਜਾ ਰਹੇ, ਇਸ ਦੇ ਵਿੱਚ ਕਿਸ ਤਰ੍ਹਾਂ ਦੀ ਸੇਵਾਵਾਂ ਇੱਥੇ ਕੀਤੀਆਂ ਜਾਣਗੀਆਂ? ਹਾਂ ਬਿਲਕੁਲ, ਮੈਂ ਪੂਨਮ ਇੱਥੇ ਥੋੜ੍ਹਾ ਜਿਹਾ ਕਲੈਰੀਫਿਕੇਸ਼ਨ ਵੀ ਦੇ ਦੇਣਾ। ਆਪਾਂ ਜਲੰਧਰ ਦੇ ਵਿੱਚ ਪੰਜਾਬ ਭਵਨ ਦੀ ਵੱਡੀ ਸਾਰੀ ਕੈਨੇਡਾ ਵਾਂਗ ਇਮਾਰਤ ਨਹੀਂ ਬਣਾ ਰਹੇ। ਇਹ ਪੰਜਾਬ ਭਵਨ ਦਾ ਇੱਕ ਸਬ ਆਫਿਸ ਹੈ, ਜਿੱਥੇ ਸਾਡੇ ਵਰਕਰ ਬੈਠਣਗੇ, ਉਹ ਸਾਡੀ ਜਿਹੜੀ ਗਤੀਆਂ ਵਿਧੀਆਂ ਨੂੰ ਤਾਲਮੇਲ ਕਰਨਗੇ, ਇੱਕ ਦਿਨ ਜੋੜਨਗੇ। ਫਿਰ ਉਹਦੇ ਨਾਲ ਜਿਹੜਾ ਇੱਥੇ ਦਾ ਅਸੀਂ ਸਟੂਡੀਓ ਨਾਲ ਤਿਆਰ ਕਰ ਰਹੇ ਹਾਂ, ਫਿਰ ਸਾਹਿਤਕਾਰਾਂ ਨੂੰ ਸੱਦ ਕੇ ਉਹਨਾਂ ਦੇ ਸੰਦੇਸ਼, ਉਹਨਾਂ ਦੀਆਂ ਲਿਖਤਾਂ ਰਿਕਾਰਡ ਕਰਾ ਕੇ, ਤੇ ਫਿਰ ਇੱਥੇ ਦੀਆਂ ਜਿਹੜੇ ਵਿਦਿਅਕ ਅਦਾਰੇ ਨੇ ਜਾਂ ਹੋਰ NGOs ਨੇ, ਉਹਨਾਂ ਦੇ ਨੁਮਾਇੰਦਿਆਂ ਨੂੰ ਸੱਦ ਕੇ ਇਹ ਡੇਲੀ ਜਿਹੜਾ ਮਤਲਬ ਜਿਹੜਾ ਪੰਜਾਬ ਭਵਨ ਦਾ ਆਪਣਾ YouTube ਤੇ ਇੱਕ ਚੈਨਲ ਹੋਏਗਾ, ਬੇਸ਼ੱਕ ਸਾਂਝਾ TV ਵੀ ਸਾਡਾ ਆਪਣਾ ਹੀ ਹੈ। ਸੋ ਇਹ ਜਿਹੜੀਆਂ ਸਾਰੀਆਂ ਗਤੀਵਿਧੀਆਂ ਲਈ ਇਹ ਕਰਨੀਆਂ ਬਹੁਤ ਜ਼ਰੂਰੀ ਨੇ। ਕਈ ਵਾਰੀ ਇਹ ਦੇਖਣ ਨੂੰ ਛੋਟੀਆਂ ਜਿਹੀਆਂ ਲੱਗਦੀਆਂ ਨੇ, ਪਰ ਇਹਦੇ ਪਿੱਛੇ ਸਾਡਾ ਮਨੋਰਥ ਬਹੁਤ ਵੱਡਾ ਹੁੰਦਾ ਤੇ ਬੜੀ ਜੱਦੋ-ਜਹਿਦ ਨਾਲ ਕੰਮ ਕੀਤੇ ਜਾਂਦੇ ਨੇ। ਸੋ ਹੋਪਫੁਲੀ ਗॉड्स ਬਲੈਸਿੰਗ ਵੀ ਵਿਲ ਡੂ ਵੈਲ। ਆਫ ਕੋਰਸ ਸੇਵਾ ਭਾਵ ਦੇ ਨਾਲ ਕੀਤਾ ਗਿਆ ਕੋਈ ਵੀ ਕੰਮ ਛੋਟਾ ਤਾਂ ਬਿਲਕੁਲ ਨਹੀਂ ਹੁੰਦਾ। ਨਾਲੇ ਤੁਸੀਂ ਇੰਨਾ ਚੰਗਾ ਕੰਮ ਕਰ ਰਹੇ ਹੋ, ਕੈਨੇਡਾ ਤੋਂ ਸਪੈਸ਼ਲੀ ਤੁਸੀਂ ਇੱਥੇ ਆਏ ਹੋ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਦਾ ਇੱਕ ਸੰਦੇਸ਼ ਦੇਣ ਦੇ ਲਈ ਤੇ ਦੱਸਣ ਦੇ ਲਈ ਕਿ ਭਾਵੇਂ ਤੁਸੀਂ ਜ਼ਿੰਦਗੀ 'ਚ ਕਿਸੇ ਵੀ ਮੁਕਾਮ ਤੇ ਪਹੁੰਚ ਜਾਓ, ਲੇਕਿਨ ਬਹੁਤ ਜ਼ਰੂਰੀ ਹੁੰਦਾ ਕਿ ਆਪਣੀ ਜੜ੍ਹਾਂ ਦੇ ਨਾਲ ਜਿਹੜਾ ਜੁੜੇ ਰਹੋ। ਅੱਛਾ, ਤੁਸੀਂ ਜਿਸ ਤਰ੍ਹਾਂ ਕਿਤਾਬਾਂ ਦੀ ਗੱਲ ਕੀਤੀ, ਉਹ ਪਹਿਲੀ ਕਿਹੜੀ ਕਿਤਾਬ ਸੀ ਜਿਹੜੀ ਤੁਸੀਂ ਪੜ੍ਹੀ ਸੀ ਤੇ ਤੁਹਾਨੂੰ ਅੱਜ ਤੱਕ ਲੱਗਦਾ ਕਿ ਹਾਂ ਉਹ ਮੇਰੀ ਲਾਈਫ ਦੀ ਬੈਸਟ ਕਿਤਾਬ ਸੀ? ਦੇਖੋ ਜੀ, ਮੈਂ ਖੁਦ ਸਾਹਿਤਕਾਰ ਨਹੀਂ ਬਣਿਆ, ਮੈਂ ਬਿਜ਼ਨਸ ਲਾਈਨ ਚਲਾ ਗਿਆ, ਬਿਜ਼ੀ ਹੋ ਗਿਆ। ਤੇ ਮੈਂ ਵੈਸੇ ਬਹੁਤ ਛੋਟੀ ਏਜ ਦੇ ਵਿੱਚ ਨਾ ਸ਼ਿਵ ਕੁਮਾਰ ਦਾ ਪਹਿਲਾਂ ਤੋਂ ਫੈਨ ਰਿਹਾ। ਵੈਸੇ ਮੈਂ ਬਹੁਤ ਸਾਰੇ ਉਹਨਾਂ ਦੇ ਲਿਖਤਾਂ ਨੂੰ ਜਵਾਨੀ ਵੀ ਯਾਦ ਕਰ ਤੇ ਜਿਹੜਾ ਤੁਹਾਡਾ ਸਵਾਲ ਸੀ ਵੀ ਪਹਿਲੀ ਕਿਤਾਬ ਕਿਹੜੀ ਸੀ, ਉਹ ਸ਼ਿਵ ਕੁਮਾਰ ਦੀ ਮੈਂ ਉਹਨੂੰ ਬੜਾ ਪੜ੍ਹਿਆ ਮੈਂ ਉਹਨੂੰ। ਮਗਰ ਹੁਣ ਤੇ ਮੈਂ ਇੱਕ ਆਦਤ ਪੈ ਗਈ ਹੈ, ਕਦੀ ਕਿਤੇ ਵੀ ਜਾਣਾ, ਜੇ ਮੈਂ ਜਲੰਧਰੋਂ ਲੁਧਿਆਣੇ ਨੂੰ ਵੀ ਜਾਣਾ ਤੇ ਮੇਰੀ ਗੱਡੀ ਦੀ ਬੈਕ ਸੀਟ ਤੇ ਬੁੱਕਾਂ ਪਈਆਂ, ਪਿੱਛੇ ਬੈਠਾ ਮੈਂ ਬੁੱਕਸ ਪੜ੍ਹਦਾ ਹੈਗਾ। ਫਲਾਈਟ ਤੇ ਆ ਤੇ ਮੈਂ ਕੋਈ ਨਾ ਕੋਈ ਆਈਦਰ ਹਾਰਡ ਕਾਪੀ ਔਰ ਡਿਜੀਟਲ ਕਾਪੀ ਆਪਣੇ ਸਿਸਟਮ ਸੇਵ ਕੀਤੀ। ਕਿਉਂ ਜਿਹੜਾ ਇਹ ਕਿਤਾਬਾਂ ਨੇ ਨਾ, ਇਹ ਜ਼ਿੰਦਗੀ ਨੂੰ ਅਸਲੀ ਸੇਧ ਦੇ ਸਕਦੀਆਂ। ਜੇ ਅਸੀਂ ਕਿਤਾਬਾਂ ਨਹੀਂ ਪੜ੍ਹਾਂਗੇ ਤਾਂ ਅਸੀਂ ਦੁਨਿਆਵੀ ਜਿਹੜੀ ਪੌੜੀ ਉਹਦੇ ਸਿਖਰ 'ਤੇ ਨਹੀਂ ਪਹੁੰਚ ਪਾਵਾਂਗੇ। ਸੋ ਇਹ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਹੈ। ਅਤੇ ਕਿਤਾਬਾਂ ਤਾਂ ਵਧੀਆ ਬਣਨਗੀਆਂ ਜੇ ਅਸੀਂ ਸਾਹਿਤਕਾਰਾਂ ਨੂੰ ਉਹਨਾਂ ਦਾ ਬਣਦਾ ਮਾਣ ਦੇ ਸਕਾਂਗੇ।
ਉਹਨਾਂ ਨੂੰ ਅਸੀਂ ਉੱਚਾ ਚੁੱਕਣ ਲਈ ਉਹਨਾਂ ਦੀ ਹਰ ਤਰ੍ਹਾਂ ਦੀ ਸਪੋਰਟ ਕਰਾਂਗੇ। ਸੋ ਦੈਟਸ ਜਿਹੜਾ ਪੰਜਾਬ ਭਵਨ ਦਾ ਜਿਹੜਾ ਇਹਨਾਂ ਦਾ ਮਨੋਰਥ ਹੈ ਇਹ ਹੀ ਹੈ ਕਿ ਅਸੀਂ ਸਾਹਿਤਕਾਰਾਂ ਨੂੰ, ਬੁੱਧੀਜੀਵੀਆਂ ਨੂੰ, ਸਮਾਜ ਸੇਵੀਆਂ ਨੂੰ, ਐਜੂਕੇਸ਼ਨ ਅਦਾਰਿਆਂ ਦੇ ਜਿਹੜੇ ਮੋਹਰੇ ਨੇ ਉਹਨਾਂ ਨੂੰ ਜਿਸ ਤਰ੍ਹਾਂ ਵੀ ਹੋ ਸਕੇ ਉਹਨਾਂ ਦੇ ਵਿੱਚ ਕੌਨਫੀਡੈਂਸ ਪੈਦਾ ਕਰੀਏ ਅਤੇ ਇਸ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਵੱਧ ਤੋਂ ਵੱਧ ਯਤਨ ਕਰੀਏ। ਅੱਛਾ, ਆਪਾਂ ਨਾ ਜਿਸ ਤਰ੍ਹਾਂ ਹੁਣ ਕਿਤਾਬਾਂ ਦੀ ਗੱਲ ਕਰ ਰਹੇ ਹਾਂ, ਸਾਹਿਤਕਾਰ ਦੀ ਗੱਲ ਕਰ ਰਹੇ ਹਾਂ, ਤਾਂ ਵਕਤ ਦੇ ਨਾਲ ਨਾਲ ਕਿਤਾਬਾਂ ਵੀ ਬਦਲਦੀਆਂ ਜਾ ਰਹੀਆਂ ਨੇ, ਉਹਨਾਂ ਦੀ ਬੋਲੀ ਬਦਲਦੀ ਜਾ ਰਹੀ, ਉਹਨਾਂ ਦੀ ਕਹਾਣੀ ਜਿਹੜੀ ਬਦਲਦੀ ਜਾ ਰਹੀ ਹੈ। ਇੱਕ ਹੁੰਦਾ ਸੀ ਕਿ ਪੰਜਾਬੀ ਕੁਝ ਕਿਤਾਬਾਂ ਹੁਣ ਵੀ ਨੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਠੇਠ ਪੰਜਾਬੀ ਜਿਹੜੀ ਹੈ ਵੇਖਣ ਨੂੰ ਮਿਲਦੀ ਸੀ, ਜੋ ਬਹੁਤ ਸਾਰੇ ਲੋਕਾਂ ਨੂੰ ਹੁਣ ਸਮਝ ਆਉਣੀ ਬੰਦ ਹੋ ਗਈ ਹੈ। ਤਾਂ ਜਿਹੜੀ ਉਹ ਇੱਕ ਠੇਠ ਪੰਜਾਬੀ ਹੈ ਜਿਹੜੀ ਕੁਝ ਲੋਕ ਭੁੱਲ ਰਹੇ ਨੇ। ਨੋ ਡਾਊਟ ਹੁਣ ਜਿਵੇਂ ਕੈਨੇਡਾ ਦੇ ਵਿੱਚ ਵੀ ਜਿਹੜੇ ਨਵੇਂ ਜਨਮੇ ਬੱਚੇ ਨੇ ਪੰਜਾਬੀ ਘਰਾਂ ਦੇ ਵਿੱਚ ਉਹ ਪੰਜਾਬੀ ਬੋਲਦੇ ਨੇ, ਲੇਕਿਨ ਜਦੋਂ ਪੰਜਾਬ ਆ ਕੇ ਉਹ ਪੰਜਾਬ ਦੀ ਪੰਜਾਬੀ ਵੇਖਦੇ ਨੇ ਉਦੋਂ ਉਹ ਸਮਝ ਨਹੀਂ ਆਉਂਦਾ ਕਿ ਹਾਂ ਇਹ ਵਾਲੀ ਕਿਹੜੀ ਪੰਜਾਬੀ। ਤਾਂ ਜਿਹੜੀ ਠੇਠ ਪੰਜਾਬੀ ਹੈ ਉਸ ਨੂੰ ਕਿਸ ਤਰ੍ਹਾਂ ਪੰਜਾਬ ਭਵਨ ਸਪੋਰਟ ਕਰ ਰਿਹਾ? ਹਾਂ ਦੇਖੋ ਜੀ, ਜਿਹੜੀ ਇੱਕ ਗੱਲ ਪੂਨਮ ਜੀ ਸਾਨੂੰ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ। ਹਾਂ, ਜਿਹੜਾ ਸਾਡੀ ਠੇਠ ਪੰਜਾਬੀ ਸਾਡੀ ਮੁੱਢਲੀ ਜ਼ੁਬਾਨ ਹੈ ਉਹਦੀ ਹੋਂਦ ਰਹਿਣੀ ਬਹੁਤ ਜ਼ਰੂਰੀ ਹੈ, ਪਰ ਨਾਲ ਦੀ ਨਾਲ ਸਾਨੂੰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ, ਟਾਈਮ ਦੇ ਨਾਲ ਚੇਂਜ ਆਣੀ ਹੈ। ਸੋ ਇਹ ਇੱਕ ਓਬਵੀਅਸ ਆ, ਇਹ ਇੱਕ ਹੋਣਾ ਹੀ ਆ। ਜਿਹੜੇ ਲਫ਼ਜ਼ ਨੇ, ਲਫ਼ਜ਼ਾਂ ਦੇ ਵਿੱਚ ਥੋੜ੍ਹਾ ਬੜਾ ਬਦਲਾਅ ਆਉਣਾ, ਪ੍ਰੋਨਾਊਂਸੀਏਸ਼ਨ ਦੇ ਵਿੱਚ ਬਦਲਾਅ ਆਉਣਾ, ਫਰਕ ਹੋਣਾ, ਇਹ ਮੇਰੇ ਖਿਆਲ ਜਦੋਂ ਇੱਕ ਦੋ ਜਨਰੇਸ਼ਨ ਲੰਘ ਜਾਂਦੀਆਂ ਨੇ ਉਹਦੇ ਵਿੱਚ ਜੇ ਆਪਾਂ ਮੇਰੇ ਪੜਦਾਦੇ ਵਾਲੀ ਜਨਰੇਸ਼ਨ ਦੇਖੀ ਉਸ ਬੋਲੀ ਦੇ ਵਿੱਚ ਤੇ ਮੇਰੇ ਡੈਡੀ ਦੇ ਟਾਈਮ ਦੀ ਬੋਲੀ 'ਚ ਵੀ ਫਰਕ ਹੋਏਗਾ। ਸੋ ਆਈ ਅਸੂਮ ਕਿ ਮੇਰੇ ਗ੍ਰੈਂਡ ਚਿਲਡਰਨ ਦੀ ਪੰਜਾਬੀ ਦੇ ਵਿੱਚ ਵੀ ਫਰਕ ਹੋਏਗਾ, ਕੁਛ ਟਾਈਮ ਵਾਈ। ਐਂਡ ਨਾਲੇ ਸਿਆਣੇ ਨੂੰ ਕਹਿੰਦੇ ਗੋ ਵਿਦ ਦ ਟਾਈਮ, ਸਿੰਪਲ ਇਜ਼ ਦੈਟ, ਰਾਈਟ, ਗੋ ਵਿਦ ਦ ਟਾਈਮ। ਸੋ ਹਾਂਜੀ, ਸਾਡੇ ਸਿਆਣੇ ਕੁਝ ਐਸੀਆਂ ਤੁੱਕਾਂ ਬੋਲ ਦਿੰਦੇ ਨੇ ਜੋ ਸਾਡੇ ਮਤਲਬ ਹਮੇਸ਼ਾ ਪੱਲੇ ਨਾਲ ਬੰਨੀਆਂ ਰਹਿੰਦੀਆਂ ਨੇ। ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਐਸੀ ਕਿਹੜੀ ਤੁੱਕੀ, ਐਸੀ ਕਿਹੜੀ ਸੀਖ ਸੀ ਜੋ ਦਿੱਤੀ ਸੀ, ਜੋ ਤੁਸੀਂ ਹਮੇਸ਼ਾ ਆਪਣੇ ਲੜ ਨਾਲ ਬੰਨ੍ਹ ਕੇ ਰੱਖੀ ਹੈ? ਪੂਨਮ ਜੀ ਵੈਸੇ ਨਾ ਹਰੇਕ ਮਾਂ-ਬਾਪ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਦੇਣ ਦੀ। ਮੇਰੇ ਮਾਂ-ਬਾਪ ਵੀ ਇੰਜੇ ਸੀ, ਭਾਵੇਂ ਅਸੀਂ ਕਿਸੇ ਹਾਲਾਤ ਸਨ, ਉਹਨਾਂ ਨੇ ਵੀ ਮੈਨੂੰ ਇਸ ਤਰ੍ਹਾਂ ਹੀ ਜੋ ਉਹਨਾਂ ਤੋਂ ਹੋਇਆ ਦਿੱਤਾ। ਪਰ ਮੈਂ ਤਾਂ ਅਕਸਰ ਕਹਿੰਦਾ ਤੁਹਾਡਾ, ਮੇਰਾ, ਇਹਨਾਂ ਦਾ ਜੋ ਵੀ ਇਹ ਦੁਨੀਆ 'ਤੇ ਅਸੀਂ ਵੱਸਦੇ ਹਾਂ, ਜੇ ਅਸੀਂ ਆਪਣੇ ਆਪ ਨੂੰ ਪੰਜਾਬੀ ਕਹਾਉਂਦੇ ਹਾਂ, ਸੋ ਸਾਡੇ ਐਥੀਕਲ ਡਿਊਟੀ ਬਣਦੀ ਹੈ, ਸਾਡੀ ਇਨਸਾਨੀਅਤ ਡਿਊਟੀ ਬਣਦੀ ਹੈ, ਔਰ ਸਾਨੂੰ ਮੋਹਰੇ ਹੋ ਕੇ ਆਪਣਾ ਫਰਜ਼ ਪਛਾਣਨਾ ਚਾਹੀਦਾ ਹੈ ਅਤੇ ਬੀ ਏ ਕ੍ਰੀਏਟਿਵ। ਕਿਉਂ ਆਪਾਂ ਅਕਸਰ ਜਾਣਦੇ ਹਾਂ ਵੀ ਜੇ ਕੁਛ ਪੈਦਾ ਕਰਨਾ ਤਾਂ ਯੂ ਹੈਵ ਟੂ ਬੀ ਕ੍ਰੀਏਟਿਵ, ਹੈ ਨਾ। ਕ੍ਰੀਏਟਿਵ ਹੋ ਕੇ ਮਾਂ ਬੋਲੀ ਲਈ, ਸੱਭਿਆਚਾਰ ਲਈ, ਵਿਰਾਸਤ ਦੀ ਜੇ ਅਸੀਂ ਬਾਂਹ ਫੜਾਂਗੇ, ਫਿਰ ਇਹਨੂੰ ਪੰਚੁਅਲਿਟੀ ਔਰ ਡਿਸਿਪਲਿਨ ਨਾਲ ਲੈ ਕੇ ਇੱਕ ਬਹੁਤ ਵਧੀਆ ਤੁਸੀਂ ਸਰਕਲ ਸਿਰ ਸਕਦੇ ਹੋ। ਔਰ ਕਈ ਵਾਰੀ ਮੈਂ ਅਕਸਰ ਇਹ ਦੇਖਦਾ, ਕਈ ਕੰਮ ਸ਼ਾਇਦ ਉਹ ਦੇਖਣ ਨੂੰ ਬਹੁਤ ਔਖੇ ਲੱਗਦੇ ਪਰ ਔਖੇ ਨਹੀਂ ਹੁੰਦੇ। ਸੋ ਇਹ ਜਿਹੜਾ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦਾ ਆ ਕੰਮ, ਜੇ ਸਾਰਾ ਹੀ ਪੰਜਾਬ ਦੇ ਲੋਕ ਇੱਕ ਮੁੱਠ ਹੋ ਕੇ ਮਨ ਮਾਰ ਲੈਣ ਤੇ ਅਸੀਂ ਹਰ ਹਾਲਤ ਬੱਚਿਆਂ ਨੂੰ ਪੰਜਾਬੀ ਪੜ੍ਹਾਉਣੀ, ਤਾਂ ਪੰਜਾਬੀ ਕਿਉਂ ਨਹੀਂ ਅਸੀਂ ਸਿੱਖ ਸਕਦੇ। ਸੋ ਕੋਸ਼ਿਸ਼ਾਂ ਕਰਨੀਆਂ ਜਾਂ ਜੀ। ਜਿਵੇਂ ਮੈਨੂੰ ਨਾ ਤੁਹਾਡੀਆਂ ਗੱਲਾਂ ਸੁਣ ਕੇ ਇੰਨਾ ਮਤਲਬ ਖੁਦ ਨੂੰ ਵੀ ਫੀਲ ਹੋ ਰਿਹਾ ਕਿ ਹਾਂ ਪੰਜਾਬੀ ਪੜ੍ਹਨੀ ਕਿੰਨੀ ਜ਼ਰੂਰੀ ਹੈ, ਅਤੇ ਸਾਡੇ ਜਿਹਨੇ ਦਰਸ਼ਕ ਹੋਣਗੇ ਉਹ ਵੀ ਅਫਕੋਰਸ ਇੱਕ ਇੰਸਪੀਰੇਸ਼ਨ ਦੀ ਤਰ੍ਹਾਂ ਤੁਹਾਨੂੰ ਲੈਂਦੇ ਨੇ, ਅਤੇ ਇੰਨੇ ਚੰਗੇ ਕੰਮ ਸੁਖੀ ਬਾਟ ਮੋਟਰਸ ਵੱਲੋਂ ਕੀਤੇ ਜਾ ਰਹੇ ਨੇ। ਤਾਂ ਇੱਕ ਜਿਹੜਾ ਤੁਸੀਂ ਕਿਹਾ ਕਿ ਮੈਂ ਪੋਲੀਟੀਕਲ ਲਾਈਨ ਦੇ ਵਿੱਚ ਕਦੇ ਨਹੀਂ ਗਿਆ, ਤਾਂ ਇੱਕ ਨੇਤਾ ਬਣ ਕੇ ਉਸ ਚੀਜ਼ ਨੂੰ ਲੋਕਾਂ ਦੇ ਅੱਗੇ ਕਿਉਂ ਨਹੀਂ ਤੁਸੀਂ ਲਿਆਉਣਾ ਚਾਹੁੰਦੇ? ਦੇਖੋ ਜੀ ਪੂਨਮ ਜੀ, ਆਈ ਰਿਸਪੈਕਟ ਪੋਲੀਟੀਸ਼ੀਅਨਸ। ਇੱਕ ਕੰਟਰੀ ਕਿਸੇ ਨੂੰ, ਮੁਲਕ ਨੂੰ, ਕਿਸੇ ਨੂੰ, ਸਟੇਟ ਕਿਸੇ ਨੂੰ ਚਲਾਉਣ ਨੂੰ ਵੀ ਨੀਡ ਪੋਲੀਟੀਸ਼ੀਅਨਸ। ਪਰ ਮੇਰੀ ਮਨ ਦੀ ਆਪਣੀ ਕਿ ਜਿੱਦਾਂ ਕਿਸੇ ਵੀ ਆਪਣੇ ਮਨ ਦੇ ਗੋਲ ਹੁੰਦੇ ਨੇ, ਕੋਈ ਕੁਛ ਬਣਨਾ ਚਾਹੁੰਦਾ, ਕੋਈ ਡਾਕਟਰ ਬਣਨਾ ਚਾਹੁੰਦਾ, ਕੋਈ ਲਾਇਰ ਬਣਨਾ ਚਾਹੁੰਦਾ। ਮੈਂ ਜਿਸ ਹਾਲਾਤਾਂ ਦੇ ਵਿੱਚ ਪੈਦਾ ਹੋਇਆ, ਜਿੰਨੀਆਂ ਰਾਤਾਂ ਮੈਂ ਫੂਡ ਤੋਂ ਖਾਣੇ ਤੋਂ ਬਿਨਾਂ ਮੈਂ ਕੱਟੀਆਂ ਨੇ, ਢਿੱਡ ਭੁੱਖੇ ਨਾ, ਬੜੇ ਨੇੜੇ ਹੋ ਕੇ ਉਹ ਜ਼ਿੰਦਗੀ ਵੇਖੀ, ਗਰੀਬੀ ਕੀ ਹੁੰਦੀ ਹੈ ਬਹੁਤ ਨੇੜੇ ਹੋ ਕੇ ਵੇਖੀ ਹੈ। ਸੋ ਜਿਹੜੀ ਮੇਰੀ ਬਹੁਤ ਮੁਹੱਬਤ ਹੈ ਝੌਂਪੜੀਆਂ 'ਚ ਰਹਿਣ ਵਾਲਿਆਂ ਨਾਲ, ਲੋੜਵੰਦਾਂ ਨਾਲ, ਜਿਨ੍ਹਾਂ ਕੋਲ ਦਵਾਈ ਲਈ ਪੈਸੇ ਹੈ ਨਹੀਂ ਗੇ, ਜਿਨ੍ਹਾਂ ਕੋਲ ਬੱਚੀ ਵਿਆਹੁਣ ਨੂੰ ਪੈਸੇ ਹੈ ਨਹੀਂ ਗੇ, ਜਿਨ੍ਹਾਂ ਕੋਲ ਫੀਸਾਂ ਦੇਣ ਨੂੰ ਪੈਸੇ ਨਹੀਂ, ਮੈਂ ਉਹਨਾਂ ਦਾ ਕਾਇਲ ਹਾਂ। ਸੋ ਹਰੇਕ ਪੋਲੀਟੀਸ਼ੀਅਨ ਆਪਣੀ ਜਗ੍ਹਾ, ਅਮੀਰ ਆਪਣੀ ਜਗ੍ਹਾ। ਮੇਰੇ ਬੜੇ ਯਾਰ ਨੇ ਜਿਹੜੇ ਅਮੀਰ ਨੇ, ਮੇਰੇ ਬੜੇ ਯਾਰ ਨੇ ਜਿਹੜੇ ਪੋਲੀਟੀਸ਼ੀਅਨ ਨੇ, ਮੈਂ ਬੜੀ ਉਹਨਾਂ ਦੀ ਕਦਰ ਕਰਦਾ। ਪਰ ਮੇਰਾ ਆਪਣਾ ਇੱਕ ਟੀਚਾ ਹੈ, ਇਹ ਲਾਈਫ ਲਈ ਇਹ ਕਦੀ ਹੋ ਨਹੀਂ ਸਕਦਾ ਵੀ ਸੁੱਖੀ ਬਾਤ ਕਦੀ ਕਿਤੇ ਵੋਟਾਂ ਮੰਗੇ ਕਿਸੇ ਤੋਂ, ਕਿਉਂ ਮੇਰਾ ਇੱਧਰੋਂ ਜਿਹੜਾ ਕਨੈਕਸ਼ਨ ਜੁੜਿਆ ਆ ਉਹ ਟੁੱਟ ਜਾਣਾ। ਅਤੇ ਇਹਨੂੰ ਮੈਂ ਕਿਸੇ ਵੀ ਪ੍ਰਾਈਸ 'ਤੇ ਸੋਸ਼ਲ ਵਰਕ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾ। ਆਈ ਲਵ ਇਟ ਐਂਡ ਵਾਈ ਨਾਟ।
ਇਹੀ ਵਜ੍ਹਾ ਹੈ ਕਿ ਸੁਖੀ ਬਾਟ ਜੋ ਨੇ ਹਮੇਸ਼ਾ ਲੋਕਾਂ ਦੇ ਨਾਲ ਰੂਹਾਂ ਦੇ ਰਿਸ਼ਤੇ ਜੋੜਨਾ ਚਾਹੁੰਦੇ ਨੇ, ਸਿਰਫ ਉਹ ਵੋਟਾਂ ਵਾਲੇ ਰਿਸ਼ਤੇ ਜਾਂ ਫਿਰ ਲੈਣ ਦੇਣ ਵਾਲੇ ਰਿਸ਼ਤੇ ਨਹੀਂ ਜੋੜਨਾ ਚਾਹੁੰਦੇ। ਅੱਛਾ, ਅੱਜ ਦੇ ਅਗਰ ਆਪਾਂ ਪ੍ਰੋਗਰਾਮ ਦੀ ਗੱਲ ਕਰੀਏ, ਅੱਜ ਇੱਥੇ ਤੁਸੀਂ ਦੱਸਿਆ ਕਿ 50 ਕਵੀ ਜਿਹੜੇ ਨੇ ਇੱਥੇ ਆ ਰਹੇ ਨੇ ਜਲੰਧਰ ਤੋਂ, ਲੇਕਿਨ ਆਲ ਓਵਰ ਇੰਡੀਆ ਦੇ ਵਿੱਚ, ਆਲ ਓਵਰ ਕੈਨੇਡਾ ਦੇ ਵਿੱਚ ਬਹੁਤ ਸਾਰੇ ਐਸੇ ਪੰਜਾਬੀ ਵਸਦੇ ਨੇ ਜਿਨ੍ਹਾਂ ਨੂੰ ਲਿਖਣ ਦਾ ਸ਼ੌਂਕ ਹੈ, ਜਿਨ੍ਹਾਂ ਨੂੰ ਆਪਣੀ ਕਲਮ ਨੂੰ ਅੱਗੇ ਲੋਕਾਂ ਅੱਗੇ ਲਿਆਉਣ ਦਾ ਸ਼ੌਂਕ ਹੈ। ਤਾਂ ਪੰਜਾਬੀ ਭਵਨ ਦੇ ਨਾਲ ਉਹ ਕਿਸ ਤਰ੍ਹਾਂ ਜੁੜ ਸਕਦੇ ਨੇ ਤੇ ਕਿਸ ਤਰ੍ਹਾਂ ਪੰਜਾਬੀ ਭਵਨ ਉਹਨਾਂ ਨੂੰ ਸਪੋਰਟ ਕਰੇਗਾ? ਹਾਂਜੀ, ਪੂਨਮ ਬਹੁਤ ਵੈਸੇ ਸੌਖਾ ਤਰੀਕਾ ਹੈ। ਸਾਡੇ ਤੁਸੀਂ ਨਾ ਪੰਜਾਬ ਭਵਨ ਦੀ ਵੈਬਸਾਈਟ ਤੇ ਜਾਓ, punjabbhavan.com। ਉਹਦੇ ਤੇ ਤੁਹਾਨੂੰ ਪਹਿਲੀ ਤਾਂ ਗੱਲ ਬਹੁਤ ਕੁਝ ਮਿਲੇਗਾ, ਫਿਰ ਉੱਥੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ। as soon as you registered, put your email in and create your own password। ਪੰਜਾਬ ਭਵਨ ਨੇ ਕਦੀ ਕਿਸੇ ਤੋਂ ਰਾਈਟ ਨਹੀਂ ਮੰਗਿਆ ਕਿਸੇ ਚੀਜ਼ ਦਾ। ਅਸੀਂ ਬਹੁਤ ਸਾਰੀਆਂ ਅੱਜ ਵੀ ਇੱਕ ਦੋ ਬੁੱਕਸ ਨੇ ਜਿਹੜੀਆਂ ਮੈਂ ਆਪ ਆ ਕੇ ਪਬਲਿਸ਼ ਕਰਾਈਆਂ ਕਿਸੇ ਹੋਰ ਲੇਖਕਾਂ ਦੀਆਂ। ਕੋਵਿਡ ਦੇ ਵਿੱਚ ਤਕਰੀਬਨ 100 ਦੇ ਕਰੀਬ ਮੈਂ ਬੁੱਕਸ ਪਬਲਿਸ਼ ਕਰਾਈਆਂ ਪੰਜਾਬ ਭਵਨ ਵੱਲੋਂ। ਕਿਉਂ ਪੰਜਾਬ ਭਵਨ ਦਾ ਮਨੋਰਥ ਕੋਈ ਪੈਸੇ ਨਾਲ ਨਹੀਂ ਜੁੜਿਆ ਹੋਇਆ। ਸੋ ਅਸੀਂ ਜਦੋਂ ਕੋਈ ਲੇਖਕ ਨੇ ਉਹ ਆਪਣੇ ਆਪ ਨੂੰ ਰਜਿਸਟਰ ਕਰਦੇ ਨੇ, ਸਟੇ ਇਨ ਦ ਸਿਸਟਮ, ਆਪਣੇ ਆਪ ਉਹ ਤੁਸੀਂ ਸਾਡੀ ਈਮੇਲ 'ਚ ਆ ਜਾਂਦੇ ਆ, ਸਾਡੀਆਂ ਗਤੀਵਿਧੀਆਂ, ਸਾਡੇ ਨੋਟੀਫਿਕੇਸ਼ਨ। ਕਿਉਂ ਆਮ ਐਕਸਪਰਟ ਇਨ ਮਾਰਕੀਟਿੰਗ, ਮੈਂ ਮਾਸਟਰ ਕੀਤੀ ਮਾਰਕੀਟਿੰਗ ਲਈ। ਸੋ ਕਿਸੇ ਚੀਜ਼ ਨੂੰ ਕਿੱਦਾਂ ਕਿੱਥੇ ਪਹੁੰਚਾਉਣਾ ਆਈ ਥਿੰਕ ਆਈ ਨੋ। ਸੋ ਜਦੋਂ ਸਾਡੇ ਉਹ ਰਜਿਸਟਰ ਕਰ ਲੈਂਦੇ ਨੇ ਤਾਂ ਫਿਰ ਅਸੀਂ ਉਹਨਾਂ ਨੂੰ ਆਪਣੇ ਆਪ ਨੋਟੀਫਿਕੇਸ਼ਨਸ, ਈਮੇਲਸ ਵਗੈਰਾ, ਸਾਡਾ ਸਿਸਟਮ ਜਾਂ ਸੌਫਟਵੇਅਰ ਉਹ ਜਾਣ ਲੱਗ ਜਾਂਦੀਆਂ ਨੇ। ਐਜ਼ ਲੌਂਗ ਦੇ ਹੈਪੀ ਦੇ ਕੈਨ ਸਟੇ ਔਰ ਦੇ ਕੈਨ ਐਗਜ਼ਿਟ ਵਨਐਵਰ ਦੇ ਵਾਂਟ। ਪਰ ਜਦੋਂ ਅਸੀਂ ਉਹਨਾਂ ਦੀ ਕਿਸੇ ਚੀਜ਼ ਨੂੰ ਪ੍ਰਮੋਟ ਕਰਦੇ ਹਾਂ, ਮੰਨ ਲਓ ਪੂਨਮ ਹੋਣਾ ਨੇ ਕੋਈ ਬੁੱਕ ਲਿਖੀ ਆ, ਕਿਉਂ ਅਸੀਂ ਡਿਜੀਟਲੀ ਬਹੁਤ ਕੁਝ ਪ੍ਰਮੋਟ ਕਰਦੇ, ਜਿੱਥੇ ਹਾਰਡ ਕਾਪੀ ਬਣਾਉਂਦੇ ਹਾਂ, ਉਹਦੀ ਜਿਹੜੀ ਕਾਪੀ ਨੂੰ ਪ੍ਰਮੋਟ ਕਰਨਾ ਅਤੇ ਉਹਦੀ ਜਿਹੜੀ ਲੋਇਲਟੀ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ। ਕਿਉਂ ਮੈਂ ਐਮਾਜ਼ੋਨ ਨਾਲ ਮੇਰੀ ਗੱਲ ਚੱਲ ਰਹੀ ਆ, ਮੇਰੇ ਹੋਰ ਕੁਛ ਇੱਦਾਂ ਦੇ ਅਦਾਰਿਆਂ ਨਾਲ, ਵੀ ਐਮਾਜ਼ੋਨ 'ਤੇ ਸਾਡੀਆਂ ਪੰਜਾਬੀ ਦੀਆਂ ਬੁੱਕਾਂ ਕਿਉਂ ਨਹੀਂ ਇੰਨੀਆਂ ਵਿਕ ਰਹੀਆਂ ਔਰ ਵਿਕ ਹੀ ਨਹੀਂ ਰਹੀਆਂ ਆਲਮੋਸਟ। ਕਿਉਂ ਐਫਰਟਸ ਨਹੀਂ ਹੋ ਰਹੀਆਂ। ਅਸੀਂ 100 ਬੁੱਕ ਛਾਪਦੇ ਹਾਂ, ਕੋਈ ਲਿਖਦਾ ਆ, ਉਹ ਕਿਸੇ ਕਮਰੇ ਦੇ ਵਿੱਚ ਬਹਿ ਕੇ ਉਹਨੂੰ ਰਿਲੀਜ਼ ਕਰ ਲੈਂਦੇ ਨੇ, ਅਸੀਂ ਤਾੜੀਆਂ ਮਾਰ ਲੈਂਦੇ ਹਾਂ, ਫਿਰ ਅਸੀਂ ਘਰਾਂ ਨੂੰ ਚਲ ਜਾਂਦੇ ਹਾਂ। ਅੱਜ ਦੀ ਟੈਕਨੋਲੋਜੀ ਇਹ ਨਹੀਂ ਕਹਿੰਦੀ। ਸੋ ਇਹ ਜਿਹੜੇ ਪੰਜਾਬ ਭਵਨ ਨੇ ਕੋਈ ਲੋਇਲਟੀ ਨਹੀਂ ਕੋਈ ਲੈਂਦੇ ਕਿਸੇ ਤੋਂ ਕੋਈ ਚਾਰਜ ਨਹੀਂ ਲੈਂਦੇ। ਪੰਜਾਬ ਭਵਨ ਦੇ ਵਿੱਚ ਕੁਛ ਵੀ ਸਮਾਗਮ ਹੁੰਦੇ ਨੇ, ਕੁਛ ਵੀ ਇਵੈਂਟਸ ਹੁੰਦੇ ਨੇ, ਐਬਸੋਲੂਟਲੀ ਫ੍ਰੀ ਆਫ ਚਾਰਜ ਹੁੰਦੇ ਨੇ। ਕਦੀ ਕਿਸੇ ਤੋਂ ਵੀ ਡੋਂਟ ਹੈਵ ਰਸੀਦ ਬੁੱਕ ਈਵਨ, ਅਸੀਂ ਰਸੀਦ ਬੁੱਕ ਕਰਨੀ ਆ ਜਦੋਂ ਅਸੀਂ ਪੈਸਾ ਲੈਣਾ ਹੀ ਨਹੀਂ ਕਿਸੇ ਤੋਂ। ਸੋ ਇਹ ਜਿਹੜਾ ਮੇਰੇ ਦਿਲ ਦੀ ਭਾਵਨਾ ਹੈ, ਮੈਂ ਦਿਲੋਂ ਇਹ ਕਰਨਾ ਚਾਹੁੰਦਾ। ਸੋ ਵਾਹਿਗੁਰੂ ਬੜਾ ਵਧੀਆ ਕਰਾ ਰਿਹਾ। ਜੀ ਆਫ ਕੋਰਸ ਤੁਸੀਂ ਬਹੁਤ ਹੀ ਚੰਗਾ, ਬਹੁਤ ਹੀ ਸੋਹਣਾ ਕੰਮ ਜਿਹੜਾ ਕਰ ਰਹੇ ਹੋ। ਅਤੇ ਜਿੰਨੇ ਵੀ ਲੋਕ ਨੇ ਜੋ ਲਿਖਣ ਦੇ ਇੱਛੁਕ ਨੇ ਜਾਂ ਉਹਨਾਂ ਨੂੰ ਕੋਈ ਪਲੈਟਫਾਰਮ ਜਿਹੜਾ ਨਹੀਂ ਮਿਲ ਪਾਉਂਦਾ, ਤੁਸੀਂ ਉਹਨਾਂ ਨੂੰ ਇੱਕ ਪਲੈਟਫਾਰਮ ਜਿਹੜਾ ਉਹ ਦੇ ਰਹੇ ਹੋ। ਸੋ ਉਹਨਾਂ ਸਾਰਿਆਂ ਵੱਲੋਂ ਮੈਂ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੂੰਗੀ ਜਿਨ੍ਹਾਂ ਨੂੰ ਤੁਸੀਂ ਇਹ ਸੁਨਹਿਰਾ ਮੌਕਾ ਦੇ ਰਹੇ ਹੋ ਅਤੇ ਸਾਡੇ ਨਾਲ ਵੀ ਮੁਲਾਕਾਤ ਕਰਨ ਦੇ ਲਈ, ਇੰਨੀ ਚੰਗੀਆਂ ਗੱਲਾਂ ਸਾਂਝੀਆਂ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਪੂਨਮ ਜੀ ਦੇਖੋ, ਇੱਕ ਤਾਂ ਗੱਲ ਆਪਾਂ ਨੂੰ ਮੰਨਣੀ ਪਏਗੀ ਨਾ, ਇੱਕ ਬਿਜ਼ਨਸਮੈਨ ਹੋਣ ਦੇ ਨਾਤੇ ਵੀ ਜੇ ਕਿਸੇ ਚੀਜ਼ ਨੂੰ ਪ੍ਰਮੋਟ ਕਰਨਾ ਨਾ, ਉਹਦਾ ਸਭ ਤੋਂ ਜਿਹੜਾ ਨੇੜੇ ਦਾ ਰਿਸ਼ਤਾ ਹੈ ਉਹ ਮੀਡੀਆ ਹੈ। ਸੋ ਬੇਸ਼ੱਕ ਇਹ ਸੋਸ਼ਲ ਵਰਕ ਹੈ, ਬੇਸ਼ੱਕ ਇਹ 'ਚ ਕੋਈ ਪੈਸੇ ਦੀ ਨਹੀਂ ਗੱਲ, ਪਰ ਜਿਹੜਾ ਤੁਸੀਂ ਸਾਡਾ ਇਹ ਛੋਟੇ ਛੋਟੇ ਸੁਨੇਹੇ ਦੁਨੀਆ ਭਰ 'ਚ ਵਿੱਚ ਜਾਂਦੇ ਨੇ, ਟੈਲੀਵਿਜ਼ਨ ਦੇ ਥਰੂ, ਕੇਬਲ ਦੇ ਥਰੂ, ਇੰਟਰਨੈਟ ਦੇ ਥਰੂ, ਇਹ ਸਾਡੇ ਲਈ ਬੜਾ ਜ਼ਰੂਰੀ ਹੁੰਦਾ ਹੈ। ਸੋ ਇਹ ਇੱਕ ਤਰ੍ਹਾਂ ਤੁਸੀਂ ਸਾਡੀ ਸਪੋਰਟ ਹੀ ਕਰ ਰਹੇ ਹੋ। ਸੋ ਇਹਦੇ ਲਈ ਮੈਂ ਸਾਂਝਾ ਟੀਵੀ ਦੇ ਸਾਰੇ ਸਟਾਫ ਨੂੰ, ਔਰ ਤੁਸੀਂ ਦੇਖੋ ਮੈਂ ਕਿਹਾ ਚੰਡੀਗੜ੍ਹ ਤੋਂ ਚੱਲ ਕੇ ਆਏ ਹੋ, ਸੋ ਤੁਹਾਨੂੰ ਇਹ ਮਸਲ ਸਲਾਮ ਹੀ ਕਰਨੀ ਬਣਦੀ ਨਾ। ਕੈਨੇਡਾ ਤੋਂ ਆਇਆ ਸੀ, ਫਿਰ ਚੰਡੀਗੜ੍ਹ ਤੋਂ ਆਏ ਹਾਂ, ਸਲਾਮ ਤੁਹਾਨੂੰ ਕਰਨੀ ਬਣਦੀ। ਹਾਂ ਚਲੋ, ਸੋ ਇਹਦੇ ਨਾਲ ਆਪਾਂ ਮੈਂ ਸ਼ੁਕਰਗੁਜ਼ਾਰ ਹਾਂ ਜਿੰਨੇ ਵੀ ਆਪਣੇ ਦਰਸ਼ਕ ਦੇਖਦੇ ਨੇ ਕਿ ਸਾਂਝਾ ਟੀਵੀ ਨਾਲ ਮੇਰੀ ਬਹੁਤ ਗੂੜੀ ਸਾਂਝ ਹੈ। ਅਕਸਰ ਵਾਰਤਾਲਾਪ ਚੱਲਦੀ ਰਹਿੰਦੀ ਹੈ ਐਂਡ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਸਾਡੀਆਂ ਗੱਲਾਂ ਵੀ ਸੁਣਦੇ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਤੁਹਾਨੂੰ ਵੀ ਜੀ ਆਇਆਂ। ਬਹੁਤ ਸ਼ੁਕਰੀਆ ਸਰ, ਇਹ ਗੂੜੀ ਸਾਂਝ ਇਸੇ ਤਰ੍ਹਾਂ ਚਲਦੀ ਰਹੇਗੀ ਹਮੇਸ਼ਾ। ਜੀ 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 ਬਹੁਤ ਬਹੁਤ ਸ਼ੁਕਰੀਆ। ਅਤੇ ਹੁਣ ਆਪਾਂ ਬਾਕੀ ਦੇ ਜਿੰਨੇ ਵੀ ਸਾਡੇ ਇੱਥੇ ਕਵੀ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਥੋੜ੍ਹੀ ਮੁਲਾਕਾਤ ਕਰਵਾਉਂਦੇ ਹਾਂ ਅਤੇ ਇਸ ਦੇ ਨਾਲ ਹੀ ਤੁਹਾਨੂੰ ਦਿਖਾਉਂਦੇ ਹਾਂ ਕਿ ਆਖਿਰ ਕਿਸ ਤਰ੍ਹਾਂ ਜਿੱਥੇ ਪੰਜਾਬ ਭਵਨ ਦੀ ਇਨੋਗ੍ਰੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਬੜੀ ਖੁਸ਼ੀ ਦੀ ਗੱਲ ਹੈ, ਬੜਾ ਭਾਗਾਂ ਵਾਲਾ ਦਿਨ ਅੱਜ ਕਿ 2016 'ਚ 2 ਅਕਤੂਬਰ ਨੂੰ ਜਿਹੜਾ ਬੂਟਾ ਪੰਜਾਬ ਭਵਨ ਦਾ ਸਰੀ ਚਲਾਇਆ ਸੀ ਕੈਨੇਡਾ 'ਚ, ਸੁਖੀ ਬਾਠ ਹੋਰਾਂ ਨੇ ਅਤੇ ਹੋਰ ਉਹਨਾਂ ਦੇ ਨਾਲ ਸਾਥੀਆਂ ਨੇ ਮਿਲ ਕੇ, ਇਹ ਸਾਨੂੰ ਵੀ ਸਬੱਬ ਮਿਲਿਆ ਸੀ ਉੱਥੇ ਉਸ ਮੌਕੇ ਹਾਜ਼ਰ ਹੋਣ ਦਾ।
ਮੈਂ ਸੀ, ਗਿੱਲ ਸਾਹਿਬ, ਗੁਰਭਜਨ ਹੋਰੀ ਸੀ, ਸਾਰੇ ਹੋਰ ਵੀ ਦੋਸਤ ਮਿੱਤਰ ਬਹੁਤ ਸੀਗੇ। ਉਹ ਹੁਣ ਐਂ ਲੱਗਦਾ ਜਿਵੇਂ ਵੱਧ ਫੁੱਲ ਕੇ ਦਰਖਤ ਬੜਾ ਛਾਂਦਾਰ ਫਲਦਾਰ ਰੁੱਖ ਬਣ ਰਿਹਾ, ਅਤੇ ਉਹਦੀ ਇੱਕ ਬ੍ਰਾਂਚ ਜਿਹੜੀ ਹੈ ਉਹ ਇੱਥੇ ਜਲੰਧਰ 'ਚ ਖੁੱਲ੍ਹ ਗਈ ਹੈ, ਚਾਲੂ ਕੀਤੀ ਗਈ ਹੈ। ਅਤੇ ਮੈਂ ਬਹੁਤ ਖੁਸ਼ ਹਾਂ ਅਤੇ ਮੁਬਾਰਕਬਾਦ ਦਿੰਦਾ ਸੁੱਖੀ ਬਾਠ ਹੋਰਾਂ ਨੂੰ, ਇਹਨਾਂ ਦੀ ਦਾਤ ਦਿੰਦਾ, ਨਾਲ ਇਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੂੰ। ਅਤੇ ਅਸੀਂ ਉਮੀਦ ਕਰਦੇ ਹਾਂ ਵੀ ਜਿਸ ਤਰ੍ਹਾਂ ਸਰੀ ਵਾਲਾ ਜਿਹੜਾ ਪੰਜਾਬ ਭਵਨ ਹੈ ਉਹ ਪੰਜਾਬੀ, ਸਿਰਫ ਪੰਜਾਬੀਆਂ ਦਾ ਨਹੀਂ, ਉੱਥੋਂ ਦੇ ਸਾਰੇ ਹੋਰ ਵਸਿੰਦਿਆਂ ਦਾ ਵੀ ਇੱਕ ਲਿਟਰੇਰੀ, ਕਲਚਰਲ ਅਤੇ ਸੋਸ਼ਲ ਐਕਟੀਵਿਟੀਜ਼ ਦਾ ਉਹ ਸੈਂਟਰ ਬਣ ਗਿਆ। ਅਤੇ ਪੰਜਾਬ ਵਾਸਤੇ ਨਹੀਂ, ਸਿਰਫ ਪੰਜਾਬੀਆਂ ਵਾਸਤੇ ਨਹੀਂ, ਹੋਰ ਕਮਿਊਨਿਟੀਜ਼ ਵਾਸਤੇ ਵੀ ਇੱਕ ਮਾਡਲ ਬਣ ਗਿਆ ਕਿ ਇੱਕ ਇਹੋ ਜਿਹਾ ਪਲੇਟਫਾਰਮ, ਇਹੋ ਜਿਹਾ ਥਾਂ ਹੋ ਸਕਦਾ ਜਿੱਥੇ ਜਿਹੜੇ ਸਾਰੇ ਲੋਕ ਆਪਣੀਆਂ ਲਿਟਰੇਰੀ, ਕਲਚਰਲ, ਸੋਸ਼ਲ ਅਤੇ ਹੋਰ ਜਿਹੜੀਆਂ ਸਾਂਝਾਂ ਪਾਉਣ ਵਾਲੀਆਂ ਐਕਟੀਵਿਟੀਜ਼ ਕਰ ਸਕਦੇ ਨੇ। ਉਹ ਇੱਕ ਇਸ ਤਰ੍ਹਾਂ ਦਾ ਸਿੰਬਲ ਬਣ ਗਿਆ ਪੰਜਾਬ ਭਵਨ। ਅਤੇ ਉਮੀਦ ਕਰਦੇ ਹਾਂ ਵੀ ਇਹ ਜਿਹੜਾ ਸੈਂਟਰ ਇੱਥੇ ਹੈ ਇਹ ਵੀ ਇਸੇ ਤਰ੍ਹਾਂ ਹੀ ਡਿਵੈਲਪ ਹੋਏਗਾ, ਇਸੇ ਤਰ੍ਹਾਂ ਹੀ ਸਾਡੇ ਸਾਰਿਆਂ ਦਾ ਜਿਹੜਾ ਤਾਲਮੇਲ ਦਾ, ਮੇਲ ਜੋਲ ਦਾ ਇੱਕ ਸਬੱਬ ਬਣੇਗਾ, ਜਗ੍ਹਾ ਬਣੇਗੀ। ਅਤੇ ਇਸ ਜਿਹੜੀ ਸੁੱਖੀ ਬਾਠ ਹੋਰਾਂ ਨੇ, ਇਹਨਾਂ ਦੀ ਫਾਊਂਡੇਸ਼ਨ ਨੇ, ਅਤੇ ਜਿਹੜੇ ਬਜ਼ੁਰਗ ਸਾਡੇ ਫਾਦਰ ਸਾਹਿਬ ਜਿਨ੍ਹਾਂ ਦੀ ਯਾਦ 'ਚ ਬਣਾਇਆ ਗਿਆ ਇਹ ਪੰਜਾਬ ਭਵਨ, ਉਹਨਾਂ ਨੂੰ ਵੀ ਮੈਂ ਸ਼ਰਧਾਂਜਲੀ ਭੇਟ ਕਰਦਾ। ਇਹ ਬਹੁਤ ਬਹੁਤ ਸ਼ੁਭ ਇਛਾਵਾਂ, ਅਤੇ ਉਮੀਦ ਹੈ ਕਿ ਇਹ ਜਿਹੜਾ ਜਗ੍ਹਾ, ਜਿਹੜੇ ਇਹ ਸਥਾਨ ਹੈ ਅਤੇ ਇਸ ਪੰਜਾਬ ਭਵਨ ਦਾ ਸੈਂਟਰ ਹੈ, ਇਹ ਬਹੁਤ ਹੀ ਅੱਛਾ ਚੱਲੇਗਾ। ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਤਾਂ ਜਿਹੜੀ ਹੈ ਉਹ ਮੁਬਾਰਕ ਔਰ ਧੰਨਵਾਦ ਸੁੱਖੀ ਬਾਠ ਹੋਣਾ ਨਾਲ, ਜਿਨ੍ਹਾਂ ਨੇ ਕੈਨੇਡਾ ਤੋਂ ਬਾਅਦ ਜਲੰਧਰ ਦੀ ਧਰਤੀ ਦੇ ਉੱਤੇ ਇੱਕ ਅਜਿਹਾ ਸਥਾਨ ਸਥਾਪਿਤ ਕੀਤਾ ਹੈ ਜਿਹੜੇ ਪੰਜਾਬੀ ਸੱਭਿਆਚਾਰ, ਪੰਜਾਬੀ ਸਾਹਿਤ ਔਰ ਪੰਜਾਬੀ ਕਲਚਰ ਐਕਟੀਵਿਟੀਜ਼ ਜਿਹੜੀ ਹੈ ਉਹਦਾ ਇੱਕ ਧੁਰਾ ਜਿਹੜਾ ਉਹ ਬਣਨ ਦੀ ਗੱਲ ਹੈ। ਮੈਨੂੰ ਯਾਦ ਆਉਂਦਾ ਕਿ ਜਲੰਧਰ ਦੇ ਵਿੱਚ ਕਿਸੇ ਜ਼ਮਾਨੇ ਦੇ ਵਿੱਚ ਕਾਫੀ ਹਾਊਸ ਜਿਹੜਾ ਸੀ ਉਹ ਲੇਖਕਾਂ ਦਾ ਇੱਕ ਧੁਰਾ ਹੁੰਦਾ ਸੀ, ਜਿਹੜਾ ਵੀ ਆਉਂਦਾ ਸੀ ਉਹ ਕਾਫੀ ਹਾਊਸ ਆਉਂਦਾ ਸੀ। ਕਾਫੀ ਹਾਊਸ ਉਜੜ ਗਿਆ, ਉਸ ਤੋਂ ਬਾਅਦ ਜਲੰਧਰ ਦੇ ਵਿੱਚ ਕੋਈ ਅਜਿਹਾ ਸਥਾਨ ਨਹੀਂ ਰਿਹਾ ਜਿੱਥੇ ਲੇਖਕ ਜਿਹੜੇ ਨੇ ਉਹ ਕਦੀ ਕਦਾਈ ਇਕੱਠੇ ਹੋ ਸਕਣ, ਇਨਫਾਰਮਲ ਵੀ, ਗੈਰ ਰਸਮੀ ਤੌਰ 'ਤੇ ਵੀ ਇਕੱਠੇ ਹੋ ਸਕਣ। ਔਰ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਕੇਂਦਰ ਜਿਹੜਾ ਹੈ ਉਹ ਇੱਕ ਘਾਟਾ ਵੀ ਪੂਰਾ ਕਰੇਗਾ ਔਰ ਉਹਦੇ ਨਾਲ ਨਾਲ ਪੰਜਾਬੀ ਸਾਹਿਤ, ਜਿਵੇਂ ਸੱਭਿਆਚਾਰ ਕੈਨੇਡਾ ਦੀ ਧਰਤੀ ਦੇ ਉੱਤੇ ਸਰੀ ਦੇ ਵਿੱਚ ਇੱਕ ਕੇਂਦਰ ਦੇ ਤੌਰ 'ਤੇ ਹੋ ਗਿਆ ਕਿ ਜਿਹਨੂੰ ਕਿਸੇ ਵੀ ਲੋੜ ਪੈਂਦੀ ਹੈ ਉੱਥੇ ਲੇਖਕਾਂ ਨੂੰ ਮਿਲਣਾ, ਲੇਖਕਾਂ ਨੂੰ ਸਹੂਲਤਾਂ ਮਿਲਣੀਆਂ, ਸਮਾਗਮਾਂ ਦੀਆਂ ਸਹੂਲਤਾਂ ਮਿਲਣੀਆਂ। ਉਵੇਂ ਹੀ ਜਿਹੜਾ ਇੱਕ ਸੈਂਟਰ ਜਿਹੜਾ ਹੈ ਇਹ ਡਿਜੀਟਲ ਵਰਲਡ ਦੇ ਵਿੱਚ ਜਿਹੜਾ ਉਹ ਐਂਟਰ ਕਰੇਗਾ ਔਰ ਉਹ ਡਿਜੀਟਲ ਵਰਲਡ ਦੇ ਨਾਲ ਕੈਨੇਡਾ ਔਰ ਪੰਜਾਬ ਦੇ ਧਰਤੀ ਦੇ ਸਾਹਿਤਕ ਗਤੀਵਿਧੀਆਂ ਦਾ ਇੱਕ ਪੁੱਲ ਬਣੇਗਾ ਔਰ ਇਹ ਪੁੱਲ ਹੀ ਜਿਹੜਾ ਸਵਾਗਤਯੋਗ ਹੈ। ਔਰ ਇਸ ਮੌਕੇ ਦੇ ਉੱਤੇ ਮੈਂ ਮੁਬਾਰਕਬਾਦ ਵੀ ਪੇਸ਼ ਕਰਦਾ ਔਰ ਆਸ ਕਰਦਾ ਕਿ ਇਹ ਜਿਸ ਮੰਤਵ ਨਾਲ ਉਸਾਰਿਆ ਗਿਆ ਹੈ ਉਹ ਮੰਤਵ ਦੀ ਪੂਰਤੀ ਕਰੇਗਾ। ਇਸ ਗੱਲ ਲਈ ਸੁੱਖੀ ਬਾਠ ਜੀ ਦਾ ਧੰਨਵਾਦ ਵੀ ਔਰ ਸ਼ੁਭ ਇੱਛਾਵਾਂ ਸਹਿਤ ਸ਼ੁਕਰੀਆ। ਪੰਜਾਬ ਦੇ ਵਿੱਚ ਅੱਜ ਸਰੀ ਦੀ ਬ੍ਰਾਂਚ ਪੰਜਾਬ ਭਵਨ ਦੀ ਬਣਨੀ ਸੁੱਖੀ ਬਾਠ ਹੋਰਾਂ ਦੀ ਪ੍ਰਾਪਤੀ ਤਾਂ ਹੈ ਹੀ ਹੈ। ਸਾਡੇ ਸਾਰਿਆਂ ਦੇ ਚਾਵਾਂ ਦੇ ਵਿੱਚ ਵੀ ਰੰਗ ਭਰਿਆ ਗਿਆ ਔਰ ਮੈਂ ਮੁਬਾਰਕ ਦਿੰਦਾ ਸੁੱਖੀ ਬਾਠ ਭੈਣ ਜੀ ਸੁਖਵਿੰਦਰ ਕੌਰ ਜਿਹੜੇ ਜੀਵਨ ਸਾਥਣ ਨੇ, ਸਾਰੇ ਪਰਿਵਾਰ ਨੂੰ ਕਿ ਉਹਨਾਂ ਨੇ ਧਰਤੀ ਦੀਆਂ ਆਪਣੀਆਂ ਉਹਨਾਂ ਜੜ੍ਹਾਂ ਨੂੰ ਨਹੀਂ ਵਿਸਾਰਿਆ ਜਿਨ੍ਹਾਂ ਜੜ੍ਹਾਂ ਨੇ ਸੁੱਖੀ ਬਾਠ ਵਰਗਾ ਵੱਡਾ ਬਿਰਖ ਪੈਦਾ ਕੀਤਾ। ਬਹੁਤ ਲੋਕ ਪੈਸਾ ਕਮਾਉਂਦੇ ਆ ਪਰ ਅਦਬ ਤੇ ਜ਼ਿੰਦਗੀ ਦੇ ਵੱਖ-ਵੱਖ ਸਿਹਤਮੰਦ ਸ਼ੋਬਿਆਂ 'ਤੇ ਬਹੁਤ ਘੱਟ ਖਰਚਦੇ ਆ। ਸੋ ਸਾਹਿਤ, ਸੱਭਿਆਚਾਰ, ਜਨ ਜੀਵਨ ਜਿਸ 'ਚ ਲੋੜਵੰਦਾਂ ਦੀ ਇਮਦਾਦ ਕਰਨਾ, ਭਾਵੇਂ ਸਕੂਲ ਪੜ੍ਹਦੇ ਬੱਚੇ ਨੇ ਜਾਂ ਕੋਈ ਨੇਤਰਾਂ ਤੋਂ ਵਿਰਵਾ, ਉਸ ਦੀ ਨੇਤਰ ਸੰਭਾਲ ਵਾਸਤੇ ਕੈਂਪਸ ਲਾਉਣੇ, ਇਹ ਇਹਨਾਂ ਦਾ ਪ੍ਰੋਰੋਗੇਟਿਵ ਹੈ, ਬਹੁਤ ਵੱਡਾ ਇਹਨਾਂ ਦਾ ਪ੍ਰੋਜੈਕਟ ਹੈ। ਉਹਦੇ ਵਾਸਤੇ ਜਿੰਨੇ ਸਾਥੀ ਸਹਿਯੋਗੀ ਡਾਕਟਰ SP ਸਿੰਘ ਜੀ, ਡਾਕਟਰ ਲਖਵਿੰਦਰ ਜੌਲ, ਆਪਣਾ ਬਲਜੀਤ ਬੱਲੀ, ਗੁਰਮੀਤ ਪਲਾਹੀ, ਹੋਰ ਦੋਸਤ ਜਿੰਨੇ ਵੀ ਇੱਥੇ ਹਾਜ਼ਰ ਹੋਏ ਨੇ, ਗੁਰਦੀਪ ਸਿੰਘ ਭਾਜੀ, ਦਵਿੰਦਰ ਜੌਲ, ਸਾਰੇ ਦੋਸਤ ਇਸ ਗੱਲੋਂ ਮੁਬਾਰਕ ਦੇ ਹੱਕਦਾਰ ਨੇ ਕਿ ਅਸੀਂ ਸਾਰੇ ਰਲ ਕੇ ਇੱਕ ਕਾਫਲੇ ਦੀ ਸ਼ਕਲ 'ਚ ਅੱਜ ਇੱਥੇ ਆਪਣੀਆਂ ਸ਼ੁਭਕਾਮਨਾਵਾਂ ਦੇਣ ਲਈ ਸੁੱਖੀ ਬਾਠ ਹੋਰਾਂ ਨੂੰ ਆਏ ਹਾਂ। ਸੋ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਮੈਂ ਸਮਝਦਾ ਕਿ ਸਾਡੇ ਵਰਗੇ ਸੀਮਤ ਸਾਧਨਾਂ ਵਾਲੇ ਲੋਕ ਜਿਹੜੇ ਆਪਣੀਆਂ ਇੱਛਾਵਾਂ ਪੂਰੀਆਂ ਨਹੀਂ ਕਰ ਸਕਦੇ, ਪਰਮਾਤਮਾ ਨੇ ਸੁੱਖੀ ਬਾਠ ਨੂੰ ਘੱਲਿਆ ਕਿ ਭਾਈ ਇਹ ਬੰਦੇ ਜਿਹੜੇ ਲਿਖਣ ਪੜ੍ਹਨ ਵਾਲੇ ਜਿਹੜੇ ਸੁਪਨੇ ਲੈਣ ਪੂਰੇ ਤੂੰ ਕਰਨੇ ਆ। ਸੋ ਉਹਦੇ ਵਾਸਤੇ ਬਹੁਤ ਮੁਬਾਰਕਾਂ। ਅੱਜ
ਅਸੀਂ ਇੱਥੇ ਪੰਜਾਬ ਭਵਨ ਦੇ ਜਲੰਧਰ ਚੈਪਟਰ ਦਾ ਉਦਘਾਟਨ ਕਰਨ ਆਏ ਹਾਂ। ਸੁਖੀ ਬਾਠ ਹੋਰੀ ਜਿਹੜੇ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਪੰਜਾਬੀਅਤ ਦੇ ਪ੍ਰਤੀਕ ਵਜੋਂ ਉਹ ਵਿਚਰਦੇ ਨੇ ਔਰ ਉਹ ਉਹਨਾਂ ਲੋਕਾਂ 'ਚੋਂ ਨੇ ਜਿਨ੍ਹਾਂ ਨੇ ਬਹੁਤ ਵੱਡੇ ਕਾਰੋਬਾਰ ਕਰਕੇ ਵੀ ਆਪਣੀ ਮਿੱਟੀ, ਆਪਣੇ ਸੱਭਿਆਚਾਰ, ਆਪਣੀ ਭਾਸ਼ਾ, ਆਪਣੀਆਂ ਰਹਿਤਲਾਂ ਨਾਲ ਆਪਣੇ ਆਪ ਨੂੰ ਜੋੜੀ ਰੱਖਿਆ। ਕਾਰੋਬਾਰੀ ਹੋਣਾ ਤੇ ਕਲਾ ਪ੍ਰੇਮੀ ਹੋਣਾ, ਇਸ ਮੇਲ ਕਦੇ-ਕਦੇ ਹੀ ਪੈਦਾ ਹੁੰਦਾ ਔਰ ਸੁਖੀ ਬਾਠ ਇਸ ਸਮੇਲ ਦੇ ਬਹੁਤ ਵਧੀਆ ਪ੍ਰਤੀਕ ਨੇ। ਤੇ ਅੱਜ ਜਲੰਧਰ ਦੇ ਵਿੱਚ ਪੰਜਾਬ ਭਵਨ ਦਾ ਉਦਘਾਟਨ ਕਰਨ ਲਈ ਡਾਕਟਰ ਐਸ.ਪੀ. ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੇ ਕਿ ਮੇਰੇ ਗੁਰੂਦੇਵ ਵੀ ਨੇ ਔਰ ਮੇਰੇ ਵੱਡੇ ਭਰਾ ਗੁਰਭਜਨ ਗਿੱਲ ਜੀ, ਮੇਰੇ ਦੋਸਤ ਬਲਜੀਤ ਬੱਲੀ ਜੀ ਔਰ ਗੁਰਮੀਤ ਭਲਾਹੀ ਜੀ, ਦਵਿੰਦਰ ਜੌਲ ਔਰ ਗੁਰਦੀਪ ਸਿੰਘ ਸਾਡੇ ਵੱਡੇ ਮਿਊਜ਼ਿਕ ਡਾਇਰੈਕਟਰ, ਉਹ ਸਾਰੇ ਲੋਕ ਇੱਥੇ ਹਾਜ਼ਰ ਹੋਏ ਆ ਔਰ ਇਹ ਇੱਕ ਤਰ੍ਹਾਂ ਨਾਲ ਸੁਨੇਹਾ ਆ ਕਿ ਪੰਜਾਬੀਅਤ ਨੂੰ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪ੍ਰਫੁੱਲਤ ਕਰਨਾ ਔਰ ਉਹਦੀਆਂ ਰਹਿਤਲਾਂ ਤੱਕ ਜੁੜੇ ਰਹਿਣਾ। ਔਰ ਬਹੁਤ ਬਹੁਤ ਸ਼ੁਭ ਕਾਮਨਾਵਾਂ ਸੁਖੀ ਬਾਠ ਜੀ ਨੂੰ ਔਰ ਜਲੰਧਰ ਦਾ ਇਹ ਚੈਪਟਰ ਜਿਹੜਾ ਉਹ ਉਸ ਦੁਨੀਆ ਦੇ ਨੈੱਟਵਰਕ ਨਾਲ ਵੀ ਜੋੜੇਗਾ ਪੰਜਾਬ ਭਵਨ ਨੂੰ, ਜਿਹੜਾ ਇਹਨਾਂ ਦੇ ਆਸ਼ੇ ਨੇ ਔਰ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਵੀ ਇਹ ਕਰਨ ਜਾ ਰਹੇ ਨੇ ਇਹਦੀ ਸਥਾਪਨਾ। ਔਰ ਬਹੁਤ ਬਹੁਤ ਸ਼ੁਭ ਕਾਮਨਾਵਾਂ, ਵਧਾਈਆਂ। ਪੰਜਾਬ ਭਵਨ ਦਾ ਅੱਜ ਇੱਥੇ ਜਿਹੜਾ ਉਦਘਾਟਨ ਹੈ ਚੱਲ ਰਿਹਾ ਹੈ ਤੇ ਐਸੇ ਵਿੱਚ ਕਈ ਵੱਡੀ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਹੁਣ ਅਸੀਂ ਤੁਹਾਡੀ ਮੁਲਾਕਾਤ ਕਰਵਾਉਣਾ ਚਾਹਾਂਗੇ ਡਾਕਟਰ ਐਸ.ਪੀ. ਸਿੰਘ ਦੇ ਨਾਲ, ਸਾਬਕਾ ਵਾਈਸ ਚਾਂਸਲਰ ਆਫ ਗੁਰੂ ਨਾਨਕ ਇੰਜੀਨੀਅਰਿੰਗ ਯੂਨੀਵਰਸਿਟੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਮੈਂ ਜਿਸ ਤਰ੍ਹਾਂ ਦੱਸਿਆ ਕਿ ਪੰਜਾਬ ਭਵਨ ਦਾ ਇੱਥੇ ਉਦਘਾਟਨ ਜਿਹੜਾ ਚੱਲ ਰਿਹਾ, ਇੱਕ ਨਵੀਂ ਜਿਹੜਾ ਆਫਿਸ ਹੈ ਇੱਥੇ ਖੋਲ੍ਹਿਆ ਜਾਏਗਾ, ਲੇਕਿਨ ਤੁਸੀਂ ਸ਼ੁਰੂ ਤੋਂ ਹੀ ਪੰਜਾਬ ਭਵਨ ਦੇ ਨਾਲ ਜੁੜੇ ਹੋਏ ਹੋ। ਪੰਜਾਬ ਭਵਨ ਇੱਕ ਐਸਾ ਮਾਧਿਅਮ ਹੈ ਜਿਸ ਦੇ ਜ਼ਰੀਏ ਲੋਕਾਂ ਨੂੰ ਆਪਣੀ ਕਲਾ, ਆਪਣਾ ਸਾਹਿਤ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਮਿਲਦਾ ਹੈ ਤੇ ਤੁਸੀਂ ਇਸ ਨਾਲ ਸ਼ੁਰੂ ਤੋਂ ਜੁੜੇ ਹੋਏ ਹੋ। ਤੇ ਤੁਸੀਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਤੁਹਾਡਾ ਰਿਹਾ, ਕਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਲੋਕਾਂ ਦੀ ਸੇਵਾ ਕਰ ਰਹੇ? ਜਿਹੜਾ ਪੰਜਾਬ ਭਵਨ ਦੀ ਜਿਹੜੀ ਸਭ ਤੋਂ ਵੱਡੀ ਇਹ ਹੈ ਕਿ ਜਿੰਨੇ ਵੀ ਸਾਡੇ ਪ੍ਰਵਾਸੀ ਲੇਖਕ ਨੇ ਜੀ, ਜਿਹੜੇ ਸਰੀ 'ਚ, ਵੈਨਕੂਵਰ ਵਿੱਚ ਜਾਂ ਇਹ ਕਹਿ ਲਈਏ ਬ੍ਰਿਟਿਸ਼ ਕੋਲੰਬੀਆ ਜਿਹੜੇ ਰਹਿੰਦੇ ਨੇ, ਉਹ ਬਿਖਰੇ ਹੁੰਦੇ ਸਨ। ਉਹ ਗੱਲਬਾਤ ਕਰਨ ਲਈ ਜਾਂ ਉਹਨਾਂ ਦਾ ਸਾਹਿਤ ਦੇ ਵਿੱਚ ਪੂਰਾ ਜਿਹੜਾ ਉਹ ਇੰਪੈਕਟ ਬਣਨ ਲਈ ਕੋਈ ਕੇਂਦਰੀ ਧੁਰਾ ਨਹੀਂ ਸੀ। ਸੋ ਜਿਹੜਾ ਪੰਜਾਬ ਭਵਨ ਸੁਖੀ ਬਾਠ ਹੋਣਾ ਨੇ ਜਿਹੜਾ ਸਰੀ ਦੇ ਵਿੱਚ ਐਸਟੈਬਲਿਸ਼ ਕੀਤਾ ਹੈ, ਇਹ ਇੱਕ ਧੁਰਾ ਬਣ ਗਿਆ ਹੈ ਸਾਹਿਤਿਕ, ਸੱਭਿਆਚਾਰਕ, ਵਿਦਿਅਕ, ਸਿਰਫ ਰਾਜਨੀਤਿਕ ਛੱਡ ਕੇ ਹਰ ਤਰ੍ਹਾਂ ਦੀ ਗਤੀਵਿਧੀਆਂ ਦਾ। ਔਰ ਜਿਹੜੀਆਂ ਸਹੂਲਤਾਂ ਉੱਥੇ ਦੇ ਦਿੱਤੀਆਂ ਕਿ ਹਰ ਵਕਤ ਹਾਲ ਜਿਹੜਾ ਉਹ ਤਿਆਰ ਹੈ, ਸਭ ਜਾਓ ਸਵਿਚ ਔਨ ਕਰੋ ਤੇ ਸਾਊਂਡ ਸਿਸਟਮ ਵੀ ਚੱਲ ਪਿਆ, ਸਭ ਕੁਝ ਚੱਲ ਪਿਆ। ਫਿਰ ਚਾਹ, ਪਕੌੜੇ, ਬਿਸਕੁਟ, ਕੋਈ ਜਿਹੜਾ ਰਿਫਰੈਸ਼ਮੈਂਟ ਜਿਹੜੀ ਹੈ ਉਹ ਵੀ ਜਿਹੜੀ ਹੈ ਉਹ ਪੰਜਾਬ ਭਵਨ ਵੱਲੋਂ ਫ੍ਰੀ ਜਿਹੜੀ ਦੇਣੀ। ਉਹਦੇ ਨਾਲ ਜਿਹੜੀ ਸਰੀ ਦੇ ਵਿੱਚ, ਵੈਨਕੂਵਰ ਦੇ ਵਿੱਚ ਸਾਹਿਤਕ ਗਤੀਵਿਧੀਆਂ, ਕਲਾਤਮਕ ਗਤੀਵਿਧੀਆਂ, ਉਹਨਾਂ ਲਈ ਬਹੁਤ ਵੱਡਾ ਜਿਹੜਾ ਉਹ ਸਰਗਰਮੀਆਂ ਹੋ ਗਈਆਂ। ਔਰ ਉਹ ਸਰਗਰਮੀ ਦਾ ਇਹ ਹੈ ਕਿ ਅੱਜ ਜਿਹੜੀ ਹੈ ਉਹ ਬ੍ਰਿਟਿਸ਼ ਕੋਲੰਬੀਆ ਦੀ ਸਾਹਿਤਕ ਗਤੀਵਿਧੀਆਂ ਦਾ ਧੁਰਾ ਬਣ ਕੇ ਔਰ ਉਹ ਕੰਸੋਲੀਡੇਸ਼ਨ ਜਿਹੜੀ ਹੋਈ ਹੈ ਉਹ ਆਪਣੇ ਆਪ ਹੀ ਜਿਹੜੀ ਮਹੱਤਵਪੂਰਨ ਹੈ, ਕਿਉਂਕਿ ਮੇਰਾ ਚੱਕਰ ਉੱਥੇ ਕਾਫੀ ਲੱਗਦਾ ਹੈ। ਤੇ ਅੱਗੇ ਸੀ ਕਿ ਹਰ ਇੱਕ ਨੂੰ ਕੋਈ ਕਿਸੇ ਕਲੱਬ ਜਾ ਕੇ ਕਰਦਾ ਸੀ ਫੰਕਸ਼ਨ, ਕੋਈ ਜਾ ਕੇ ਕਰਦਾ ਸੀ ਕਿਸੇ ਲਾਇਬ੍ਰੇਰੀ ਦੇ ਹਾਲ ਦੇ ਵਿੱਚ। ਹੁਣ ਉੱਥੇ ਉਹਨਾਂ ਨੂੰ ਇੱਕ ਉਹ ਜਿਹਾ ਧੁਰਾ ਮਿਲ ਗਿਆ, ਜਿਹੜਾ ਧੁਰਾ ਜਿਹੜਾ ਹੈ ਉਹ ਪੰਜਾਬੀ ਸਾਹਿਤ, ਸੱਭਿਆਚਾਰ, ਪੰਜਾਬੀ ਸਿੱਖਿਆ, ਉਹਦੇ ਬਾਰੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ। ਔਰ ਫਿਰ ਇਹ ਵੀ ਹੈ ਕਿ ਲੇਖਕਾਂ ਦਾ ਇੱਕ ਜਿਹੜਾ ਹੈ ਉਹ ਕਰਮ ਬਣ ਗਿਆ ਔਰ ਉਹਦੇ ਲਈ ਜਿਹੜੀ ਕੰਟਰੀਬਿਊਸ਼ਨ ਹੈ ਉਹ ਉੱਥੇ ਵੀ ਹੈ। ਪਰ ਕਿਉਂਕਿ ਜਿਹੜੀ ਮੂਲ ਧਰਤੀ ਹੈ ਉਹਨੂੰ ਛੱਡਿਆ ਨਹੀਂ ਜਾ ਸਕਦਾ। ਉਹ ਮੂਲ ਧਰਤੀ ਜਿਹੜੀ ਹੈ ਉਹ ਪੰਜਾਬ ਹੈ
ਔਰ ਫਿਰ ਸੁਖੀ ਬਾਠ ਉਹਨਾਂ ਦੇ ਹਿਸਾਬ ਨਾਲ ਉਹ ਜਲੰਧਰ ਹੈ। ਔਰ ਜਲੰਧਰ ਉਹਦਾ ਆਫਿਸ ਖੋਲ੍ਹਣ ਦਾ ਮਤਲਬ ਇਹ ਹੈ ਕਿ ਜਿਹੜਾ ਇੱਕ ਪੁੱਲ ਦੇ ਤੌਰ ਦੇ ਉੱਤੇ ਜਿਹੜਾ ਭਾਰਤ ਵਿੱਚ ਰਚਿਆ ਜਾ ਰਿਹਾ ਪੰਜਾਬੀ ਸਾਹਿਤ, ਪੰਜਾਬੀ ਕਲਚਰ, ਉਹਦਾ ਜਿਹੜਾ ਹੈ ਉਹ ਪੁੱਲ ਦੇ ਤੌਰ ਦੇ ਉੱਤੇ ਇਹ ਜਲੰਧਰ ਦਾ ਜਿਹੜਾ ਆਫਿਸ ਕੰਮ ਕਰੇਗਾ। ਔਰ ਇਸ ਲਾਇਸੈਂਸ ਦੇ ਤੌਰ ਦੇ ਉੱਤੇ ਔਰ ਇਸ ਦੇ ਜਿਹੜੇ ਨੇ ਵੱਖ-ਵੱਖ ਪੜਾਵਾਂ ਦੇ ਤੌਰ ਤੇ ਸਾਨੂੰ ਇਹ ਲੱਗਦਾ ਹੈ ਕਿ ਜਿਹੜੀ ਇੱਕ ਖੱਪਾ ਸੀ ਜਿਹੜਾ ਸਰੀ 'ਚ ਰਹਿ ਕੇ ਸ਼ਾਇਦ ਇੱਥੇ ਪੂਰਾ ਨਹੀਂ ਸੀ ਹੁੰਦਾ, ਉਹ ਖੱਪਾ ਜਿਹੜਾ ਇਹਦੇ ਨਾਲ ਪੂਰਾ ਹੋਏਗਾ। ਔਰ ਪੰਜਾਬ ਦਾ ਪੰਜਾਬੀ ਸਾਹਿਤ ਔਰ ਕੈਨੇਡਾ ਦਾ ਪੰਜਾਬੀ ਸਾਹਿਤ, ਉਹਦੀ ਇੱਕ ਜਿਹੜੀ ਹੈ ਇੱਕ ਐਸਾ ਰਾਬਤਾ ਬਣੇਗਾ ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਲੱਗਦਾ ਹੋਏਗਾ ਕਿ ਇਹ ਦੋ ਸਾਡੇ ਘਰ ਹੋ ਗਏ। ਜਿਹੜਾ ਉੱਥੋਂ ਆਏਗਾ ਉਹਨੂੰ ਇਹ ਘਰ ਲੱਗੇਗਾ, ਇੱਥੋਂ ਜਦੋਂ ਅਸੀਂ ਜਾਂਦੇ ਹਾਂ ਤਾਂ ਸਾਨੂੰ ਉਹ ਆਪਣਾ ਘਰ ਲੱਗਦਾ। ਸੋ ਇਹ ਤੇ ਘਰ ਦੇ ਦੋ ਘਰਾਂ ਦਾ ਜਿਹੜਾ ਵਾਸ ਹੈ, ਦੋ ਸਹਿਤ ਜਿਹੜੀਆਂ ਨੇ ਵਿਧੀਆਂ ਜਿਹੜੀਆਂ ਨੇ ਉਹਨਾਂ ਦਾ ਵਾਸ ਹੈ। ਸੋ ਆਪਣੇ ਆਪ ਲਈ ਬੜਾ ਸ਼ੁਭ ਕਦਮ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਆਪਣੇ ਆਪ ਵਿੱਚ ਵਧਾਈ ਦੇ ਪਾਤਰ ਨੇ ਕਿ ਪੰਜਾਬੀ ਦੀ ਸੇਵਾ ਔਰ ਪੰਜਾਬੀ ਦਾ ਸਾਰਾ ਜਿਹੜਾ ਇਹ ਕਰ ਰਹੇ ਨੇ ਔਰ ਇਹ ਸ਼ੁਭ ਇੱਛਾਵਾਂ ਜਿਹੜੀਆਂ ਨੇ ਭੇਟ ਕਰਦੇ ਨੇ। ਹਾਂਜੀ। ਸੁਖੀ ਬਾਠ ਫਾਊਂਡੇਸ਼ਨ ਵੱਲੋਂ ਤਾਂ ਹਮੇਸ਼ਾ ਹੀ ਲੋਕਾਂ ਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ, ਲੇਕਿਨ ਅਗਰ ਗੱਲ ਕਰੀਏ ਆਪਾਂ ਉਹਨਾਂ ਲੋਕਾਂ ਦੀ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਵੀ ਪੰਜਾਬੀ ਭੁੱਲੀ ਜਾ ਰਹੇ ਨੇ। ਤੁਸੀਂ ਜਿਵੇਂ ਐਜੂਕੇਸ਼ਨ ਫੀਲਡ ਦੇ ਨਾਲ ਇੱਕ ਲੰਬਾ ਸਮਾਂ ਜੁੜੇ ਰਹੇ ਹੋ, ਲੇਕਿਨ ਹੁਣ ਐਜੂਕੇਸ਼ਨ ਤੋਂ ਪੰਜਾਬੀ ਨੂੰ ਜਿਹੜਾ ਉਹ ਥੋੜ੍ਹਾ ਜਿਹਾ ਸਾਈਡ ਕਰ ਦਿੱਤਾ ਜਾ ਰਿਹਾ ਔਰ ਰਸਤਾ ਜਿਹੜਾ ਸਾਈਡ ਕੀਤਾ ਜਾ ਰਿਹਾ, ਤਾਂ ਇਸ ਬਾਰੇ ਕੀ ਕਹਿਣਾ ਚਾਹੋ? ਦੇਖੋ, ਇਹ ਕੋਈ ਬਹੁਤੀ ਅਲਾਰਮਿੰਗ ਜਿਹੜੀ ਹੈ ਗੱਲ ਨਹੀਂ ਹੈ। ਜਿਹੜਾ ਗਲੋਬਲ ਪੱਧਰ ਦੇ ਉੱਤੇ ਜਿਹੜੀਆਂ ਤਬਦੀਲੀਆਂ ਹੁੰਦੀਆਂ ਨੇ ਉਹਦੇ ਨਾਲ ਭਾਸ਼ਾਵਾਂ ਦਾ, ਸੱਭਿਆਚਾਰਾਂ ਦਾ ਵੀ ਜਿਹੜਾ ਹੈ ਉਹ ਤਬਦੀਲੀਆਂ ਜਿਹੜੀਆਂ ਉਹ ਹੁੰਦੀਆਂ ਨੇ। ਉਹਨਾਂ ਤਬਦੀਲੀਆਂ ਦਾ ਹੀ ਕਾਰਨ ਹੈ ਕਿ ਅਸੀਂ ਸਮਝਦੇ ਹਾਂ ਕਿ ਕਿਉਂਕਿ ਰੁਜ਼ਗਾਰ ਦੇ ਨਾਲ ਗੱਲ ਜੁੜਦੀ ਹੈ ਕਿ ਹੁਣ ਖੇਤਰੀ ਭਾਸ਼ਾਵਾਂ ਦੇ ਵਿੱਚ ਰੁਜ਼ਗਾਰ ਦਾ ਆਧਾਰ ਜਿਹੜਾ ਘਟਦਾ ਜਾ ਰਿਹਾ ਸੀ, ਪਰ ਦੂਜੇ ਪਾਸੇ ਰੁਜ਼ਗਾਰ ਦੇ ਨਵੇਂ ਵਸੀਲੇ ਵੀ ਜਿਹੜੇ ਨੇ ਉਹ ਪੈਦਾ ਹੋ ਰਹੇ ਨੇ। ਜਿਵੇਂ ਅਸੀਂ ਇਹ ਕਹੀਏ ਕਿ ਅੱਗੇ ਜਿਹੜਾ ਹੈ ਅੱਜ ਦੀ ਪੰਜਾਬ ਦੀ ਕੁੜੀ ਜਿਹੜੀ ਹੈ ਉਹ ਪੰਜਾਬੀ ਬੋਲਣ 'ਚ ਸ਼ਰਮ ਕਰਦੀ ਸੀ, ਹੁਣ ਤੁਸੀਂ ਪੰਜਾਬੀ ਬੋਲੀ ਜਾਂਦੇ ਹੋ, ਬਹੁਤ ਵਧੀਆ। ਜਦੋਂ ਅਸੀਂ ਹੁਣ ਕੈਨੇਡਾ ਵਿੱਚ ਦੇਖਦੇ ਹਾਂ ਜਾਂ ਉੱਥੋਂ ਦੀਆਂ ਜਿਹੜੀਆਂ ਚੈਨਲ ਸਾਂਝਾ ਦੂਜੀਆਂ ਚੈਨਲ ਜਦੋਂ ਦੇਖਦੇ ਹਾਂ ਉੱਥੇ ਪੰਜਾਬੀ ਬੋਲਣ ਵਾਲੇ ਯੰਗ ਮੁੰਡੇ ਔਰ ਕੁੜੀਆਂ ਜਿਹੜੀਆਂ ਨੇ ਬੋਲਦੀਆਂ ਨੇ। ਇਹਦਾ ਮਤਲਬ ਇਹ ਹੈ ਕਿ ਇੱਕ ਚੇਂਜ ਪ੍ਰੋਸੈਸ ਦੇ ਵਿੱਚ ਜਿਵੇਂ ਅਸੀਂ ਸਮਝਦੇ ਹਾਂ ਕਿ ਪੰਜਾਬੀ ਦੀ ਤਾਂ ਸਭ ਜਿਹੜੀ ਆ ਪੋਸਟ ਜਾਂ ਟੀਚਰ ਬਣ ਗਏ ਜਾਂ ਪ੍ਰੋਫੈਸਰ ਬਣ ਗਏ, ਬਾਕੀ ਪੰਜਾਬੀ ਦੀ ਪੋਸਟ ਕੋਈ ਨਹੀਂ। ਹੁਣ ਇਹ ਐਵੀਨਿਊਜ਼ ਬਲਕਿ ਖੁੱਲ੍ਹ ਰਹੇ ਨੇ ਔਰ ਇਹ ਸਮਾਂ ਪਾ ਕੇ ਦੇ ਉੱਤੇ ਇਹ ਉਦੋਂ ਵੱਧ ਜਿਹੜੀ ਹੈ ਪਹਿਲੇ ਨਾਲੋਂ ਵੱਧ ਇਹਦੀਆਂ ਅਪਰਚੁਨਿਟੀਜ਼ ਆਉਣਗੀਆਂ। ਔਰ ਹੁਣ ਜਿਹੜਾ ਹੈ ਇਹ ਮੀਡੀਆ ਜਿਹੜਾ ਵੱਡਾ ਬਣਿਆ ਔਰ ਮੀਡੀਆ ਦੇ ਨਾਲ ਫਿਰ ਅੱਗੋਂ ਰੁਜ਼ਗਾਰ ਦਾ ਜਿਹੜਾ ਸੰਬੰਧ ਆ ਜੁੜੇਗਾ। ਸੋ ਪੰਜਾਬੀ ਨੂੰ ਕੋਈ ਖਤਰਾ ਇਸ ਕਰਕੇ ਨਹੀਂ ਕਿ ਇਹੋ ਜਿਹੀਆਂ ਜਿਹੜੀਆਂ ਸਰਗਰਮੀਆਂ ਜਿਵੇਂ ਸੁਖੀ ਬਾਠ ਉਹਨਾਂ ਨੇ ਜਿਹੜੀਆਂ ਦਿੱਤੀਆਂ ਨੇ, ਇਹ ਸਰਗਰਮੀਆਂ ਜਿੱਥੇ ਜਿੱਥੇ ਚੱਲਦੀਆਂ ਨੇ ਉਹਦੇ 'ਚ ਇੱਕ ਨਵਾਂ ਹੁਲਾਰਾ ਮਿਲਦਾ। ਔਰ ਹੁਣ ਜੇ ਤੁਸੀਂ ਸਰੀ 'ਚ ਵੀ ਦੇਖੋ ਤੇ ਸਰੀ ਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਦਾ ਘਾਟਾ ਨਹੀਂ, ਬਲਕਿ ਉਲਟੀ ਗੱਲ ਹੈ। ਇੱਕ ਚੈਨਲ ਦਾ ਮੈਨੂੰ ਐਂਕਰ ਮਿਲਿਆ ਤੇ ਉਹ ਇੱਥੇ ਫਗਵਾੜੇ ਦੇ ਕੋਲ ਪ੍ਰੋਫੈਸਰ ਹੁੰਦਾ ਸੀ ਕਾਲਜ 'ਚ। ਉਹਨੂੰ ਮੈਂ ਕਿਹਾ ਕਿ ਮਤਲਬ ਜਿਹੜੀ ਆ ਤੈਨੂੰ ਅੰਗਰੇਜ਼ੀ ਦਾ ਕੀ ਤੇਰਾ ਇੱਥੇ ਪੋਜੀਸ਼ਨ ਹੈ? ਉਹ ਕਹਿੰਦਾ ਜਿੰਨੀ ਕੁ ਮੈਨੂੰ ਅੰਗਰੇਜ਼ੀ ਆਉਂਦੀ ਸੀ ਇੰਡੀਆ 'ਚ ਰਹਿੰਦੇ ਹੋਏ, ਉਹ ਇੱਥੇ ਆ ਕੇ ਉਹ ਵੀ ਭੁੱਲ ਗਈ ਹੈ ਕਿਉਂਕਿ ਪੰਜਾਬੀ ਤੋਂ ਬਗੈਰ ਹੋਰ ਕੋਈ ਸਕੋਪ ਹੀ ਨਹੀਂ ਬੋਲਣ ਦਾ। ਜੇ ਤੁਸੀਂ ਵੈਨਕੂਵਰ ਜਾਓ, ਜਿਹੜੀ ਸਕਾਈ ਟ੍ਰੇਨ ਹੈ ਅਤੇ ਉੱਥੇ ਸਾਰੇ ਬੋਰਡ ਜਿੱਥੇ ਟਿਕਟਿੰਗ ਆਟੋ ਟਿਕਟਿੰਗ ਹੈ ਉਹਦੇ ਵਿੱਚ ਵੀ ਪੰਜਾਬੀ ਦੂਜੀ। ਸੋ ਲੋਕਾਂ ਨੂੰ ਪੰਜਾਬੀ ਜਿਹੜੀ ਹੈ ਉਹ ਉਸ ਲੋੜ ਹੈ। ਇਹਦੇ ਨਾਲ ਵੀ ਮਹੱਤਵਪੂਰਨ ਗੱਲ ਹੋਰ ਹੈ ਕਿ ਜਿਹੜੇ ਲੋਕ ਉੱਥੇ ਜੰਮੇ ਨੇ, ਜਿਨ੍ਹਾਂ ਦੇ ਵਿੱਚੋਂ ਸਮਝੋ ਸੁਖੀ ਬਾਠ ਹੋਣਾ ਦੀਆਂ ਪੋਤਰੀਆਂ ਵੀ ਨੇ, ਮੇਰਾ ਜਿਹੜਾ ਦੋਤਰਾ ਹੈ ਉਹ ਉੱਥੇ ਰਹਿ ਕੇ ਪੰਜਾਬੀ ਜਿਹੜੀ ਹੈ ਉਹ ਸਿੱਖ ਰਿਹਾ ਔਰ ਉਹ ਪੰਜਾਬੀ ਸਿੱਖਣ ਦੇ ਵਿੱਚ ਉੱਥੋਂ ਦੀਆਂ ਹੀ ਜੰਮੀਆਂ ਕੁੜੀਆਂ ਉਹ ਪੰਜਾਬੀ ਜਿਹੜੀਆਂ ਨੇ ਆਨਲਾਈਨ ਪੜ੍ਹਾ ਰਹੀਆਂ ਨੇ ਔਰ ਇੱਕ ਸੇਵਾ ਦੇ ਤੌਰ 'ਤੇ ਪੜ੍ਹਾ ਰਹੀਆਂ ਨੇ ਬਗੈਰ ਕਿਸੇ ਜਿਹੜੇ ਨੇ ਉਹ ਪੈਸਿਆਂ ਤੋਂ। ਇਵੇਂ ਹੀ ਮਤਲਬ ਜਿਹੜਾ ਉੱਥੇ ਜਰਨੈਲ ਆਰਟਿਸਟ ਹੈ ਉਹ ਪੰਜਾਬੀ ਕਲਚਰ ਨਾਲ ਸੰਬੰਧਿਤ ਜਿਹੜੀਆਂ ਪੇਂਟਿੰਗਸ ਨੇ ਦੂਜੀਆਂ ਉਹ ਕਰਦੀਆਂ ਨੇ। ਸੋ ਜਿੱਥੇ ਤੇ ਪੰਜਾਬੀ ਵੱਡੀ ਗਿਣਤੀ 'ਚ ਨੇ ਉੱਥੇ ਪੰਜਾਬੀ ਜਿਹੜੀ ਹੈ ਉਹ ਜ਼ਿਆਦਾ ਫਲੋਰਿਸ਼ ਕਰ ਰਹੀ ਹੈ। ਸਾਨੂੰ ਤਾਂ ਕਈ ਵਾਰੀ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਹੈ ਕਿਤੇ ਪੰਜਾਬੀ ਦਾ ਪੰਜਾਬ ਨਾਲੋਂ ਵੀ ਵੱਡਾ ਸੈਂਟਰ ਜਿਹੜਾ ਉਹ ਸਰੀ ਨਾ ਬਣ ਜਾਏ, ਜਿਹੋ ਜਿਹੀ ਜਿਹੜੀ ਹੈ ਸਰਕਮਸਟੈਂਸ਼ੀਅਲ ਹੈ ਨੇ। ਇੱਥੇ ਜਿਹੜਾ ਅਸੀਂ ਸਮਝਦੇ ਹਾਂ ਕਿ ਲੋਕ ਘਰਾਂ 'ਚ ਹਿੰਦੀ ਬੋਲਦੇ ਨੇ ਦੂਜੀ, ਇਹ ਵਕਤੀ ਗੱਲਾਂ ਨੇ। ਜਿਸ ਵੇਲੇ ਉਹ ਸਮਾਜ 'ਚ ਆਉਂਦੇ ਨੇ ਫਿਰ ਉਹਨਾਂ ਨੂੰ ਪੰਜਾਬੀ ਬੋਲਣੀ ਪੈਂਦੀ ਹੈ। ਸੋ ਵਕਤੀ ਤੌਰ ਦੇ ਉੱਤੇ ਕਈ ਵਾਰੀ ਸਾਨੂੰ ਲੱਗਦਾ ਨੁਕਸਾਨ ਹੋ ਰਿਹਾ ਹੈ, ਲੇਕਿਨ ਭਵਿੱਖ ਪੰਜਾਬੀ ਦਾ ਜਿਹੜਾ ਉਹ ਉਜਲ ਹੈ। ਪੰਜਾਬੀ ਸਾਹਿਤ ਦਾ ਵੀ ਉਜਲ ਹੈ, ਪੰਜਾਬੀ ਭਾਸ਼ਾ ਦਾ ਵੀ ਉਜਲ ਹੈ। ਔਰ ਜੇ ਹੋਰ ਅਪਰਚੁਨਿਟੀਜ਼ ਗਲੋਬਲ ਲੈਵਲ 'ਤੇ ਹੋਣਗੀਆਂ ਅਤੇ ਇਹ ਪੰਜਾਬੀ ਜਿਹੜੀ ਹੈ ਉਹ ਗਲੋਬਲ ਭਾਸ਼ਾ ਹੈ। ਪੰਜਾਬੀ ਜਿਹੜੀ ਹੈ ਹੁਣ ਕੋਈ ਖੇਤਰੀ ਭਾਸ਼ਾ ਨਹੀਂ ਰਹੇਗੀ।
ਅੱਛਾ ਜ਼ਰੂਰ ਜਦ ਤੱਕ ਤੁਹਾਡੇ ਵਰਗੇ ਜਿਹੜੇ ਨੇ ਲੋਕ ਪੰਜਾਬੀ ਭਾਸ਼ਾ ਦੇ ਨਾਲ ਇਸ ਤਰ੍ਹਾਂ ਜੁੜੇ ਰਹਿਣਗੇ, ਸਭ ਨੂੰ ਇਨਸਪਾਇਰ ਕਰਦੇ ਰਹਿਣਗੇ, ਉਦੋਂ ਤੱਕ ਪੰਜਾਬੀ ਵੀ ਜਿਹੜੀ ਹੈ ਉਹ ਦੁਨੀਆ ਭਰ ਦੇ ਵਿੱਚ ਨਾਮ ਰੌਸ਼ਨ ਹੁੰਦਾ ਰਹੇਗਾ। ਤੇ ਪੰਜਾਬੀਆਂ ਨੇ ਵੀ ਹੁਣ ਇੱਕ ਜਿਹੜਾ ਨਵਾਂ ਇਤਿਹਾਸ ਰਚਿਆ ਕਿਸਾਨ ਅੰਦੋਲਨ ਨੂੰ ਲੈ ਕੇ, ਤੇ ਉਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਕਿਸਾਨ ਅੰਦੋਲਨ ਜਿਹੜਾ ਹੈ ਉਹ ਭਾਵੇਂ ਅਸੀਂ ਕਹੀ ਜਾਂਦੇ ਹਾਂ ਕਿ ਭਾਰਤੀ ਕਿਸਾਨ ਅੰਦੋਲਨ ਹੈ, ਦੂਜਾ ਹੈ, ਇਹ ਮੂਲ ਤੌਰ ਦੇ ਉੱਤੇ ਪੰਜਾਬ ਦਾ ਹੈ। ਜੇ ਪੰਜਾਬ ਆਰਥਿਕ ਤੌਰ 'ਤੇ, ਸੱਭਿਆਚਾਰਕ ਤੌਰ 'ਤੇ ਔਰ ਪੰਜਾਬੀ ਅਣਖ ਦੀ ਜਿਹੜੀ ਗੱਲ ਹੈ ਉਹ ਨਾ ਹੁੰਦੀ ਤੇ ਇਹ ਅੰਦੋਲਨ ਨਾ ਇਹ ਭਖਣਾ ਸੀ, ਨਾ ਇਹਦੀ ਇੰਨੀ ਚਰਚਾ ਹੋਣੀ ਸੀ, ਨਾ ਹੀ ਇਹਦੀ ਜਿੱਤ ਪ੍ਰਾਪਤ ਹੋਣੀ ਸੀ। ਪ੍ਰੋਫੈਸਰ ਪੂਰਨ ਸਿੰਘ ਦੀਆਂ ਲਾਈਨਾਂ ਨੇ ਕਿ ਪਿਆਰ ਨਾਲ ਇਹ ਕਰਨ ਗੁਲਾਮੀ, ਪਰ ਝੱਟ ਖਲੋ ਜਾਣ ਡਾਂਗਾ ਉਲਾਰ ਕੇ ਜੇ ਕੋਈ ਇਹਨਾਂ ਦੀ ਅਣਖ ਨੂੰ ਵੰਗਾਰੇ। ਸੋ ਪੰਜਾਬੀਆਂ ਦੀ ਅਣਖ ਜਿਹੜੀ ਵੰਗਾਰੀ, ਉਹਨਾਂ ਨੇ ਜਾ ਕੇ ਦਿੱਲੀ ਬਾਰਡਰ ਤੱਕ ਵੀ ਜਿਹੜਾ ਅਸੀਂ ਕਿ ਕਿੰਨੇ ਦਿਨ ਬੈਠ ਜਾਣਗੇ, ਕਿਵੇਂ ਪ੍ਰਬੰਧ ਕਰਨਗੇ, ਕਿਵੇਂ, ਜਿਵੇਂ ਆਮ ਲੋਕ ਕਹਿੰਦੇ ਸਨ, ਦੇਖੋ ਜੇ ਥੱਕ ਜਾਣਗੇ, ਸਾਲ ਵੀ ਉਹ ਨਹੀਂ ਥੱਕੇ। ਨਾ ਪੈਸੇ ਖੁਣੋ, ਨਾ ਜਿਹੜੇ ਪ੍ਰਬੰਧਾਂ ਖੁਣੋ, ਨਾ ਜੋਸ਼ ਤੋਂ, ਔਰ ਉਹ ਜਿਹੜੀ ਹੈ ਉਹਨੇ ਹੀ ਜਿੱਤ ਜਿਹੜੀ ਹੈ ਪ੍ਰਾਪਤ ਕੀਤੀ ਹੈ। ਸੋ ਇਹ ਪੰਜਾਬੀਆਂ ਦੀ ਜਿੱਤ ਹੈ, ਪੰਜਾਬ ਦੇ ਅਣਖ ਦੀ ਜਿੱਤ ਹੈ, ਔਰ ਉਹਦੇ ਵਿੱਚ ਜਿਹੜਾ ਹੈ NRI ਦਾ ਜਿਹੜਾ ਬਹੁਤ ਵੱਡਾ ਮਹੱਤਵਪੂਰਨ ਫਾਈਨੈਂਸ਼ੀਅਲ ਵੀ, ਅਦਰਵਾਈਜ਼ ਆ ਕੇ ਵੀ, ਸੇਵਾ ਦੇ ਮਾਹੌਲ 'ਚ ਵੀ ਉਹਨਾਂ ਨੇ ਜਿਹੜਾ ਕੰਮ ਕੀਤਾ ਹੈ ਉਹਦੇ ਨਾਲ ਜਿਹੜੀ ਉਹ ਸਪਲੀਮੈਂਟ ਹੋਇਆ ਹੈ। ਹਾਂਜੀ, ਜਦੋਂ ਗੱਲ ਆਉਂਦੀ ਹੈ ਪੰਜਾਬ ਦੀ ਤੇ ਪੰਜਾਬੀਅਤ ਦੀ, ਤਾਂ ਸੇਵਾ ਭਾਵ ਜਿਹੜਾ ਹੈ ਹਰ ਇਨਸਾਨ ਦੇ ਵਿੱਚ ਆਪਣੇ ਆਪ ਆ ਜਾਂਦਾ ਹੈ। ਤੇ ਇਹੀ ਵਜ੍ਹਾ ਹੈ ਕਿ ਜਦ ਵੀ ਅਸੀਂ ਕਿਸੇ ਪੰਜਾਬੀ ਨੂੰ ਆਪਣੇ ਆਸ-ਪਾਸ ਵੇਖਦੇ ਹਾਂ ਤਾਂ ਸਾਨੂੰ ਇਹ ਲੱਗਦਾ ਹੈ ਕਿ ਸਾਡੀ ਜਿਹੜੀ ਮੁਸ਼ਕਲਾਂ ਨੇ ਉਹ ਹੁਣ ਠੀਕ ਹੋ ਜਾਣਗੀਆਂ, ਜਾਂ ਸਾਡੀ ਮੁਸ਼ਕਲਾਂ ਦੇ ਵਿੱਚ ਉਹ ਸਾਡੇ ਨਾਲ ਜਿਹੜਾ ਉਹ ਖੜਾ ਰਹੇਗਾ। ਤੇ ਇਹੀ ਪੰਜਾਬ ਇਹਦੇ 'ਚ ਹੋਰ ਇੰਪੋਰਟੈਂਟ ਗੱਲ ਹੋ ਗਈ ਕਿ ਵਰਲਡ ਓਵਰ ਕਿਸਾਨ ਕਰਕੇ ਵੀ, ਕੁਝ ਤੁਸੀਂ ਕਹਿ ਲਓ ਕਰੋਨਾ ਕਰਕੇ ਵੀ, ਜਾਂ ਜਿਵੇਂ ਹੁਣ ਵੀ ਇਸ ਐਪੀਸੋਡ ਔਰ ਜਿਹੜਾ ਕਰੋਨਾ ਕੈਮਰੂਪ ਦੇ ਰਸਤੇ ਜਿਹੜਾ ਉਹ ਮੈਰਿਟ 'ਚ ਸਾਰੇ ਹੜ੍ਹ ਆ ਕੇ ਬੰਦ ਹੈ, ਉਸ ਵੇਲੇ ਜਿੱਥੇ ਈਵਨ ਕੈਨੇਡਾ ਸਰਕਾਰ ਵਰਗੇ ਪਿੱਛੇ ਰਹਿ ਗਏ ਸਨ, ਉੱਥੇ ਜਿਹੜਾ ਉੱਥੇ ਗੁਰਦੁਆਰਿਆਂ ਨੇ ਲੰਗਰ ਪਹੁੰਚਾਇਆ ਔਰ ਉਹਨਾਂ ਨੂੰ ਸਾਰੀ ਸਹੂਲਤਾਂ ਦਿੱਤੀਆਂ। ਔਰ ਜਦੋਂ ਲੰਗਰ ਪਹੁੰਚਾਉਣ ਲਈ ਰਸਤੇ ਬੰਦ ਸਨ, ਉਹਨਾਂ ਨੇ ਪ੍ਰਾਈਵੇਟ ਜਿਹੜੇ ਨੇ ਹੈਲੀਕਾਪਟਰ ਕਰਕੇ ਵੀ ਜਿਹੜੀਆਂ ਨੇ ਉਹ ਸਾਰੀਆਂ ਸੇਵਾ ਕੀਤੀਆਂ। ਇਹ ਜਿਹੜਾ ਉਹਨੇ ਬਣ ਗਈ ਗੱਲ ਵਰਲਡ ਓਵਰ ਕਿ ਜਿੱਥੇ ਕਿਤੇ ਲੋੜ ਹੋਏਗੀ ਉੱਥੇ ਜਿਹੜਾ ਪੰਜਾਬੀ ਪਹੁੰਚੇਗਾ ਔਰ ਸੇਵਾ ਕਰੇਗਾ, ਔਰ ਨਿਸ਼ਕਾਮ ਤੌਰ ਦੇ ਉੱਤੇ ਸੇਵਾ ਕਰੇਗਾ। ਇਹ ਜਿਹੜਾ ਪੰਜਾਬ ਲਈ, ਪੰਜਾਬੀ ਲਈ, ਸਿੱਖੀ ਲਈ ਬਹੁਤ ਮਹੱਤਵਪੂਰਨ ਜਿਹੜਾ ਸੁਨੇਹਾ ਹੈ, ਜਿਹੜਾ ਇਸ ਵੇਲੇ ਦੁਨੀਆ ਦੇ ਵਿੱਚ ਜਿਹੜਾ ਚੱਲ ਰਿਹਾ, ਔਰ ਇਹਦਾ ਸਾਨੂੰ ਸਾਰਿਆਂ ਨੂੰ ਮਾਣ ਵੀ ਕਰਨਾ ਚਾਹੀਦਾ ਹੈ ਔਰ ਕਹਿਣਾ ਚਾਹੀਦਾ ਕਿ ਇਸ ਪੀਰੀਅਡ ਅੱਗੇ ਵੀ ਜਿਹੜੀ ਚੱਲੇ ਤੇ ਬਹੁਤ ਚੰਗੀ ਹੋਏਗੀ। ਹਾਂਜੀ, ਬਹੁਤ ਚੰਗਾ ਲੱਗਿਆ ਸਰ ਤੁਹਾਡੇ ਨਾਲ ਗੱਲਾਂ ਕਰਕੇ। ਤੇ ਆਫ ਕੋਰਸ ਹਰ ਇੱਕ ਪੰਜਾਬੀ ਨੂੰ ਬਹੁਤ ਮਾਣ ਹੈ ਕਿ ਉਹ ਪੰਜਾਬ ਦੇ ਨਾਲ ਜੁੜੇ ਹੋਏ ਨੇ, ਤੇ ਤੁਸੀਂ ਜਿਸ ਤਰ੍ਹਾਂ ਪੰਜਾਬੀ ਭਵਨ ਦੇ ਨਾਲ ਸ਼ੁਰੂ ਤੋਂ ਹੀ ਜੁੜੇ ਰਹੇ ਹੋ, ਤਾਂ ਲੋਕਾਂ ਦੇ ਵਿੱਚ ਇੱਕ ਨਵੀਂ ਉਮੀਦ ਜਿਹੜੀ ਉਹ ਜਾਗ ਜਾਂਦੀ ਹੈ, ਜਿਹੜੇ ਲਿਖਣਾ ਚਾਹੁੰਦੇ ਨੇ, ਜਿਹੜੇ ਅੱਗੇ ਵਧਣਾ ਚਾਹੁੰਦੇ ਨੇ। ਤਾਂ ਬਹੁਤ ਬਹੁਤ ਸ਼ੁਕਰੀਆ ਉਸ ਦੇ ਲਈ ਵੀ, ਤੇ ਸਾਡੇ ਨਾਲ ਮੁਲਾਕਾਤ ਕਰਨ ਦੇ ਲਈ, ਗੱਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਜਿਹੜੀਆਂ ਇਹ ਗੱਲਾਂ ਤੁਸੀਂ ਮੌਕਾ ਦਿੱਤਾ ਹੈ, ਔਰ ਜਿਹੜਾ ਕਹਿ ਲਓ ਕਿ ਦੁਨੀਆ ਦੇ ਵਿੱਚ ਇਹ ਮੈਸੇਜ ਆਏਗਾ, ਇਹ ਆਪਣੇ ਆਪ 'ਚ ਮਹੱਤਵਪੂਰਨ ਹੋਏਗਾ। ਇੱਕ ਵਾਰੀ ਫਿਰ ਸ਼ੁਕਰੀਆ। ਥੈਂਕ ਯੂ ਸਰ, ਥੈਂਕ ਯੂ। ਮੁਲਾਕਾਤ ਕਰਵਾਉਣ ਜਾ ਰਹੇ ਹਾਂ ਲੁਧਿਆਣੇ ਦੀ ਇਸ ਐਸੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਆਪਣੇ ਸਾਹਿਤ ਦੇ ਨਾਲ ਪੂਰੇ ਲੁਧਿਆਣੇ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਵਰਲਡ ਦੇ ਵਿੱਚ ਪੰਜਾਬੀਅਤ ਦਾ ਜਿਹੜਾ ਨਾਮ ਹੈ ਰੌਸ਼ਨ ਕੀਤਾ ਹੈ। ਤੁਸੀਂ ਇਹਨਾਂ ਦੀ ਲਿਖੀ ਹੋਈ ਕਿਤਾਬ ਚਰਖੜੀ ਜਿਹੜੀ ਵੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ, ਇਸ ਸਾਲ ਇਹਨਾਂ ਨੇ ਕਿਤਾਬ ਲਿਖੀ ਸੀ ਤੇ ਇਸ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਗੁਰਬਚਨ ਗਿੱਲ ਜੀ ਦੀ, ਜੋ ਕਿ ਪੰਜਾਬ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਨੇ, ਤੇ ਫਿਲਹਾਲ ਸਾਡੇ ਨਾਲ ਮੌਜੂਦ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਪੂਨਮ ਜੀ, ਸਤਿ ਸ਼੍ਰੀ ਅਕਾਲ। ਮੈਂ ਜਿਸ ਤਰ੍ਹਾਂ ਗੱਲ ਕਰ ਰਹੀ ਸੀ ਤੁਹਾਡੀ ਇਸ ਕਿਤਾਬ ਦੀ ਚਰਖੜੀ, ਜਿਹੜੀ ਤੁਸੀਂ ਇਸੇ ਸਾਲ ਲਿਖੀ ਸੀਗੀ ਤੇ ਲੋਕਾਂ ਵੱਲੋਂ ਕਾਫੀ ਪਸੰਦ ਵੀ ਜਿਹੜੀ ਹੈ ਕੀਤੀ ਜਾ ਰਹੀ ਹੈ। ਜਦੋਂ ਵੀ ਆਪਾਂ ਕਿਸੇ ਨਵੀਂ ਕਿਤਾਬ ਦੀ ਸ਼ੁਰੂਆਤ ਕਰਦੇ ਹਾਂ, ਕੋਈ ਨਵੀਂ ਚੀਜ਼ ਲਿਖਦੇ ਹਾਂ, ਤਾਂ ਉਸ ਦੇ ਪਿੱਛੇ ਇੱਕ ਜਿਹੜਾ ਮੇਨ ਆਈਡੀਆ ਹੁੰਦਾ ਹੈ, ਉਹ ਇੱਕ ਲੇਖਕ ਦਾ ਕੀ ਹੁੰਦਾ ਹੈ? ਪਹਿਲੀ ਗੱਲ ਤੇ ਇਸ ਸਾਲ 'ਚ ਨਹੀਂ ਲਿਖੀ ਬੇਟੇ, ਕਿਤਾਬ ਤਾਂ ਮੇਰੀ ਲਿਖੀ ਹੋਈ ਹੈ ਪਿਛਲੇ ਲਗਭਗ 8 ਸਾਲ ਦੀ ਪੋਇਟਰੀ ਮੇਰੇ 'ਚ ਛਪੀ ਹੈ ਇਸ ਸਾਲ 'ਚ। ਬਾਕੀ ਹਰ ਨਜ਼ਮ ਜਿਹੜੀ ਹੈ ਆਪਣੇ ਆਪ 'ਚ ਕਵਿਤਾ ਜਿਹੜੀ ਹੈ ਉਸ ਦਾ ਇੱਕ ਆਪਣਾ ਅੰਦਾਜ਼ ਹੁੰਦਾ ਹੈ, ਆਪਣਾ ਸਮਾਂ ਕਾਲ ਹੁੰਦਾ ਹੈ, ਆਪਣੀ ਸੋਚ ਧਾਰਾ ਹੁੰਦੀ ਹੈ। ਇਹ ਇੱਕ ਕਿਤਾਬ ਮੁਕੰਮਲ ਯੂਨਿਟ ਨਹੀਂ ਹੁੰਦਾ, ਇਹ ਤੇ ਟੋਟਿਆਂ ਦਾ ਜੋੜ ਫਲ ਹੁੰਦਾ। ਸੋ ਚਰਖੜੀ ਦੇ ਵਿੱਚ ਮੇਰਾ ਜਿਹੜਾ 8 ਸਾਲ ਦਾ ਟੈਨਿਓਰ ਜਾਂ ਸਮਾਂ ਜਿਹੜਾ ਬੀਤਿਆ 2013 ਤੋਂ ਬਾਅਦ ਦਾ, ਉਹਦਾ ਸਿਰਜਣ ਕਾਲ ਜਿਹੜਾ ਉਹਦੇ ਜੋ ਕੁਛ ਉਤਾਰ ਚੜਾਅ ਮਨ ਵਿੱਚ ਆਏ, ਸਮਾਜ ਵਿੱਚ ਆਏ, ਸੁਸਾਇਟੀ ਦੇ ਪੋਲੀਟੀਕਲ ਸੀਨ 'ਤੇ ਆਏ, ਦੇਸ਼ ਦੀ ਅਰਥ ਵਿਵਸਥਾ 'ਤੇ ਤਬਦੀਲੀਆਂ ਹੋਈਆਂ, ਮਨ ਜਿਵੇਂ ਜਿਵੇਂ ਉਹਨੂੰ ਰਿਸੀਵ ਕਰਦਾ ਰਿਹਾ, ਉਹਦੇ ਮੁਤਾਬਕ ਜੋ ਕੁਛ ਮੇਰੇ ਕੋਲ ਸਰਿਆ ਪੁੱਜਿਆ ਉਹ ਮੈਂ ਇਹ 'ਚ ਲਿਖਿਆ। ਸੋ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਮੇਰੀ ਹੁਣ ਤੱਕ ਦੀ ਸਭ ਤੋਂ ਵੱਡੀ ਕਿਤਾਬ ਇਸ ਕਰਕੇ ਮੰਨਦਾ ਕਿ ਇਹ ਮਤਲਬ 200 ਤੋਂ ਵੱਧ ਪੰਨਿਆਂ ਦੀ ਕਿਤਾਬ ਹੈ, ਔਰ ਆਮ ਤੌਰ 'ਤੇ ਲੋਕ 100 ਸਫ਼ੇ ਰੱਖਦੇ ਨੇ। ਮੈਂ ਇਹਨੂੰ ਵੱਡੀ ਕਿਤਾਬ ਛਾਪਿਆ ਕਿਉਂਕਿ ਮੈਨੂੰ ਸਾਂਭਣਾ ਚਾਹੁੰਦਾ ਸੀ ਉਸ ਸਮਾਂ ਕਾਲ ਨੂੰ।
ਤੁਸੀਂ ਇੱਕ ਲੰਬੇ ਸਮੇਂ ਤੋਂ ਜਿਹੜਾ ਹੈ ਇਤਿਹਾਸ ਦੇ ਨਾਲ ਤੇ ਸਾਹਿਤਯ ਦੇ ਨਾਲ ਜਿਹੜਾ ਜੁੜੇ ਹੋਏ ਹੋ ਤੇ ਅਕਸਰ ਇਸ ਬਾਰੇ ਲਿਖਦੇ ਵੀ ਰਹਿੰਦੇ ਹੋ, ਇਸ ਦਾ ਜ਼ਿਕਰ ਤੁਹਾਡੀ ਗੱਲਾਂ ਦੇ ਵਿੱਚ ਵੀ ਜਿਹੜਾ ਵੇਖਣ ਨੂੰ ਮਿਲਦਾ ਹੈ। ਤੇ ਅੱਜ ਇੱਥੇ ਪੰਜਾਬ ਭਵਨ ਦਾ ਜਿਹੜਾ ਉਪਰਾਲਾ ਨਵਾਂ ਇੱਥੇ ਹੋ ਰਿਹਾ, ਸਰੀ ਕੈਨੇਡਾ ਦੇ ਵਿੱਚ ਵੀ ਇਸ ਤੋਂ ਪਹਿਲਾਂ ਇਸਨੇ ਲੋਕਾਂ ਦੇ ਵਿੱਚ ਆਪਣਾ ਇੱਕ ਅਲੱਗ ਹੀ ਜਗ੍ਹਾ, ਆਪਣਾ ਅਲੱਗ ਹੀ ਪਿਆਰ ਲੋਕਾਂ ਦਾ ਜੁੜਿਆ ਹੋਇਆ ਪੰਜਾਬ ਭਵਨ ਦੇ ਨਾਲ, ਤੇ ਅੱਜ ਇੱਥੇ ਜਲੰਧਰ ਦੇ ਵਿੱਚ ਇਸ ਦਾ ਉਪਰਾਲਾ ਹੋ ਰਿਹਾ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਜ਼ਰੂਰੀ ਹੋ ਜਾਂਦਾ ਹੈ ਕਿਸੇ ਵੀ ਸ਼ਹਿਰ ਦੇ ਵਿੱਚ ਜਾਂ ਕਿਸੇ ਵੀ ਸਟੇਟ ਦੇ ਵਿੱਚ ਇਸ ਤਰ੍ਹਾਂ ਸਾਹਿਤ ਕਲਚਰ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਣਾ ਤੇ ਇੱਕ ਮੀਡੀਅਮ ਦੇਣਾ ਉਹਨਾਂ ਨੂੰ? ਇਹ ਬੇਟਾ ਅਸਲ 'ਚ ਸੁਪਨਾ ਹੀ ਮੇਰਾ ਹੈ, ਜਿਹੜਾ ਪੰਜਾਬ ਭਵਨ ਦਾ ਸੁਪਨਾ ਹੀ ਮੇਰਾ ਹੈ। ਔਰ ਮੈਨੂੰ ਯਾਦ ਆਉਂਦਾ ਉਹ ਦਿਹਾੜਾ 2016 ਦਾ, ਜਦੋਂ ਮੈਂ ਪਹਿਲੀ ਵਾਰ ਸੁੱਖੀ ਬਾਠ ਹੋਰਾਂ ਨੂੰ ਮਿਲਿਆ ਸੀ ਸਰੀ ਦੇ ਵਿੱਚ। ਉਦੋਂ ਇਹ ਸਟੂਡੀਓ 7 ਚਲਾ ਰਹੇ ਸੀ ਉੱਥੇ, ਤੇ ਉਸ ਫੰਕਸ਼ਨ ਦੇ ਵਿੱਚ ਰਾਜ ਕਾਕੜਾ ਜਿਹੜਾ ਗੀਤਕਾਰ ਵੀ ਹੈ, ਫਿਲਮ ਮੇਕਰ ਵੀ ਹੈ, ਔਰ ਕੁੜੀ ਸਾਡੀ ਰਾਖੀ ਹੁੰਦਲ, ਉਹਦੇ ਸਨਮਾਨ ਦੇ ਵਿੱਚ ਵੈਨਕੂਵਰ ਵਿਚਾਰ ਮੰਚ ਵਾਲਿਆਂ ਨੇ ਸਮਾਗਮ ਰੱਖਿਆ ਹੋਇਆ ਸੀ, ਜਿਸ 'ਚ ਅਸੀਂ ਇਕੱਠੇ ਸਾਂ। ਉਦੋਂ ਮੈਂ ਸੁੱਖੀ ਬਾਠ ਹੋਰਾਂ ਨੂੰ ਪਹਿਲੀ ਵਾਰ ਮਿਲਿਆ ਸੀ। ਗੱਲਾਂ ਚੱਲੀਆਂ ਤੇ ਕਹਿਣ ਲੱਗੇ ਕਿ ਮੈਂ ਆਹ ਕਾਰਜ ਕਰ ਰਿਹਾ ਆਪਣੇ ਕਾਰੋਬਾਰ ਦੇ ਨਾਲ ਨਾਲ, ਤੇ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਕਿ ਤੁਸੀਂ ਜੋ ਕੰਮ ਕਰ ਰਹੇ ਹੋ ਇਹਦਾ ਇੰਪੈਕਟ ਉਹਨਾਂ ਨਹੀਂ ਪੈ ਰਿਹਾ ਸੋਸਾਇਟੀ 'ਤੇ ਜਿੰਨਾ ਪੈਣਾ ਚਾਹੀਦਾ। ਅਸੀਂ ਸਾਰੇ ਇਸ ਗੱਲ ਬਾਰੇ ਬੜਾ ਫਿਕਰਮੰਦ ਰਹਿੰਦੇ ਹਾਂ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੇ ਕੋਲ ਇੱਕ ਸਾਂਝੀ ਛੱਤ ਕੋਈ ਨਹੀਂ, ਪ੍ਰਦੇਸ਼ਾਂ 'ਚ ਖਾਸ ਕਰਕੇ, ਵੀ ਜੇ ਤੁਸੀਂ ਇੱਕ ਸਾਂਝਾ ਵਸੀਲਾ ਬਣਾ ਸਕੋ, ਸਾਂਝਾ ਇੱਕ ਟਿਕਾਣਾ ਬਣਾ ਸਕੋ, ਤਾਂ ਉਹਦਾ ਇੰਪੈਕਟ ਸੋਹਣਾ ਬਣ ਸਕਦਾ। ਕਹਿੰਦੇ ਫਿਰ ਕੀ ਕਰੀਏ? ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜਾਂ ਤਾਂ ਪੰਜਾਬੀ ਭਵਨ ਜਾਂ ਪੰਜਾਬ ਭਵਨ ਤੁਸੀਂ ਬਣਾਓ, ਤਾਂ ਕਿ ਮਤਲਬ ਅਸੀਂ ਇਸ ਗੱਲ ਬਾਰੇ ਕੁਝ ਅਸਰ ਵਾਲਾ ਕੰਮ ਕਰ ਸਕੀਏ। ਸੋ ਉਹਨਾਂ ਨੇ ਮਤਲਬ ਇਹ ਕੀਤਾ ਕਿ ਇਸ ਨੂੰ ਇੱਕ ਐਸੇ ਰੂਪ ਦੇ ਵਿੱਚ ਉਸਾਰਿਆ। ਲਗਭਗ 4 ਮਹੀਨੇ ਬਾਅਦ ਹੀ ਇਹਨਾਂ ਨੇ ਪੰਜਾਬ ਭਵਨ ਦਾ ਜੋ ਸੁਪਨਾ ਲਿਆ, ਤਾਂ ਇਹ ਮੈਨੂੰ ਕਹਿਣ ਲੱਗੇ ਕਿ ਤੁਸੀਂ ਉਸ ਸਮਾਗਮ 'ਤੇ ਆਉਣਾ। ਫਿਰ ਉਹਦੀ ਇਨਾਗੂਰੇਸ਼ਨ 'ਤੇ ਮੈਂ ਗਿਆ ਸੀਗਾ, ਮੈਂ ਸੀ, ਬਲਜੀਤ ਬੱਲੀ ਸੀ, ਹੋਰ ਦੋਸਤ ਸੀਗੇ। ਸੋ ਜਿਹੜਾ ਪੰਜਾਬ ਭਵਨ ਦਾ ਸੁਪਨਾ ਹੈ, ਮੈਂ ਸਮਝਦਾ ਕਿ ਮੇਰੇ ਉਸ ਸੁਪਨੇ ਦੀ ਪੂਰਤੀ ਜਿਹੜਾ 2001 'ਚ ਲਿਆ ਸੀ, ਕਿਉਂਕਿ ਪ੍ਰਦੇਸ਼ਾਂ 'ਚ ਗੁਰਦੁਆਰੇ, ਮੰਦਿਰ, ਮਸੀਤਾਂ ਪਾਕਿਸਤਾਨੀ ਪੰਜਾਬੀਆਂ ਨੇ, ਇੱਧਰਲੇ ਪੰਜਾਬੀਆਂ ਨੇ ਬਹੁਤ ਬਣਾਈਆਂ ਨੇ, ਪਰ ਸਾਡੇ ਕੋਲ ਟਿਕਾਣਾ ਕੋਈ ਨਹੀਂ ਸਾਂਝੇ ਸੁਪਨੇ ਲੈਣ ਦਾ। ਸਾਡੇ ਬੱਚਿਆਂ ਲਈ, ਸਾਡੀਆਂ ਧੀਆਂ ਭੈਣਾਂ ਵਾਸਤੇ, ਸਾਡੇ ਲਿਖਾਰੀਆਂ ਵਾਸਤੇ ਕੋਈ ਟਿਕਾਣਾ ਐਸਾ ਨਹੀਂ ਸੀ। ਸੋ ਪੰਜਾਬ ਭਵਨ ਦਾ ਜਿਹੜਾ ਸੁਪਨਾ ਇਹਨਾਂ ਨੇ ਪੂਰਾ ਕੀਤਾ, ਉਹਦੇ ਰਾਹੀਂ ਪੰਜਾਬੀ ਇੱਕ ਪੰਜਾਬੀਅਤ ਦੇ ਰੂਪ ਦੇ ਵਿੱਚ ਉਸਰਨਾ ਸ਼ੁਰੂ ਹੋਏ ਉੱਥੇ ਉਹਨਾਂ ਮੁਲਕਾਂ ਦੇ ਵਿੱਚ। ਔਰ ਹੁਣ ਕਈ ਮੁਲਕਾਂ 'ਚ ਯਤਨ ਕਰ ਰਹੇ ਨੇ ਲੋਕ, ਅਮਰੀਕਾ 'ਚ ਵੀ ਪਲਾਨ ਹੋ ਰਿਹਾ। ਇਸੇ ਤਰ੍ਹਾਂ ਨਾਲ ਹੀ ਆਪਣਾ ਤੁਹਾਡੇ ਆਸਟ੍ਰੇਲੀਆ 'ਚ ਵੀ ਹਿੰਮਤ ਕਰ ਰਹੇ ਨੇ ਦੋਸਤ, ਟੋਰਾਂਟੋ 'ਚ ਵੀ ਕਿਸੇ ਨੇ ਪੰਜਾਬੀ ਭਵਨ ਬਣਾਇਆ। ਸੋ ਸੁੱਖੀ ਬਾਠ ਇਸ ਮਾਮਲੇ ਦੇ ਵਿੱਚ ਪਾਇਨੀਅਰਿੰਗ ਕਾਰਜ ਕਰਕੇ, ਔਰ ਹੁਣ ਜਦੋਂ ਪੰਜਾਬ 'ਚ ਉਸ ਦੀ ਇੱਕ ਬ੍ਰਾਂਚ ਖੋਲ੍ਹ ਰਹੇ ਨੇ, ਉਹਦਾ ਮਤਲਬ ਇਹ ਹੈ ਕਿ ਕੰਟਰੋਲਿੰਗ ਅਥਾਰਟੀ ਰੂਪ ਦੇ ਵਿੱਚ ਇੱਥੇ ਜਦੋਂ ਸਾਰਾ ਨਿਜ਼ਾਮ ਚੱਲੇਗਾ, ਤਾਂ ਉਹ ਇੱਕ ਐਸਾ ਸਿਸਟਮ ਬਣ ਜਾਏਗਾ ਜਿਸ 'ਚ ਉਹ ਆਪਣੀ ਐਕਟੀਵਿਟੀ ਜਿੰਨੀ ਉਹਨਾਂ ਨੇ ਹੁਣ ਤੱਕ ਕੀਤੀ ਹੈ ਉਸ ਨੂੰ ਕੰਸੋਲੀਡੇਟ ਕਰ ਸਕਣਗੇ। ਜਿਵੇਂ ਹੁਣ ਕੁਝ ਕਿਤਾਬਾਂ ਵੀ ਸਪਾਂਸਰ ਕੀਤੀਆਂ ਇਹਨਾਂ ਨੇ, ਸਾਹਿਤਕ ਜਥੇਬੰਦੀਆਂ ਨਾਲ ਵੀ ਰਿਸ਼ਤੇ ਜੋੜੇ ਨੇ, ਇੰਸਟੀਟਿਊਸ਼ਨ ਨਾਲ ਜੋੜੇ ਨੇ, ਕੁਝ ਥਾਵਾਂ ਦੇ ਉੱਤੇ ਸੋਸ਼ਲ ਵਰਕ ਕਰ ਰਹੇ ਨੇ, ਆਈ ਕੈਂਪਸ ਲਵਾ ਰਹੇ ਨੇ, ਤੁਹਾਡੇ ਆਪਣੇ ਜਿਹਨੂੰ ਕਹਿੰਦੇ ਨੇ ਗਰੀਬ ਲੋੜਵੰਦ ਬੱਚੀਆਂ ਨੂੰ ਵਜ਼ੀਫੇ ਦੇ ਰਹੇ ਨੇ, ਡਰੈਸਿਸ ਦੇ ਰਹੇ ਨੇ, ਗਰੀਬ ਲੜਕੀਆਂ ਦੇ ਪਿੰਡ 'ਚ ਆਪਣੇ 'ਚ ਹਰਦੋ ਫਰਾਲਾ ਪਿੰਡ ਦੇ ਵਿੱਚ ਧੀਆਂ ਭੈਣਾਂ ਦੇ ਵਿਆਹ ਕਰ ਰਹੇ ਲੋੜਵੰਦਾਂ ਦੇ, ਟ੍ਰੇਨਿੰਗ ਕਰਵਾ ਰਹੇ ਨੇ ਉਹਨਾਂ ਨੂੰ, ਤਾਂ ਕਿ ਉਹਨਾਂ ਨੂੰ ਐਮਪਾਵਰਮੈਂਟ ਸ਼ਕਤੀਕਰਨ ਹੋਵੇ ਉਹਨਾਂ ਬੱਚਿਆਂ ਦਾ ਜਿਹੜੇ ਮੈਰਿਜੇਬਲ ਏਜ ਦੇ ਵਿੱਚ ਨੇ। ਸੋ ਇਹ ਸਾਰੇ ਕੰਮ ਜਿਹੜੇ ਸੋ ਕੰਸੋਲੀਡੇਟ ਕਰ ਸਕਣਗੇ, ਇਕੱਠੇ ਕਰ ਸਕਣਗੇ। ਔਰ ਮੈਂ ਕਿਉਂਕਿ ਸਰੀ 'ਚ ਵੀ ਵੇਖਿਆ, ਜਿੱਥੇ ਵੀ ਇਹਨਾਂ ਦਾ ਕੰਮ ਵੇਖਿਆ, ਪਿੰਡ 'ਚ ਵੀ ਵੇਖਿਆ, ਜਿੱਥੇ ਕਿਤੇ ਵੀ ਜਾਂਦੇ ਨੇ ਉੱਥੇ ਨਵੇਂ ਸੁਪਨੇ ਲੈ ਕੇ ਜਾਂਦੇ ਨੇ, ਨਵੇਂ ਆਦਰਸ਼ਾਂ ਨਾਲ ਜਾਂਦੇ ਨੇ। ਔਰ ਮੈਂ ਸਮਝਦਾ ਕਿ ਕਿਸੇ ਕਾਰੋਬਾਰੀ ਬੰਦੇ ਵਾਸਤੇ ਚੰਗੇ ਸੁਪਨੇ ਲੈਣੇ ਬਹੁਤ ਜ਼ਰੂਰੀ ਹੁੰਦੇ ਨੇ। ਤੁਹਾਡਾ ਈਵਨ ਸਾਂਝਾ ਟੀਵੀ ਜਿਹੜਾ, ਉਹ ਵੀ ਇਹਨਾਂ ਦਾ ਬ੍ਰੇਨ ਚਾਈਲਡ ਹੈ। ਸੁਖਵਿੰਦਰ ਸਿੰਘ ਸੰਧੂ ਜਿਹੜੇ ਮੇਰੇ ਦੋਸਤ ਨੇ, ਇਸ ਤਰ੍ਹਾਂ ਲਾਡਨਾ ਬਿੱਲਾ ਹੀ ਕਹਿੰਦੇ ਆ, ਔਰ ਤੀਰਥ ਦੋਸਤ ਜਿੰਨੇ ਸਾਡੇ ਮਤਲਬ ਰਲ ਕੇ ਇਹਨਾਂ ਜਦੋਂ ਸੁਪਨਾ ਲਿਆ ਸੀ, ਮੈਂ ਵੀ ਉਸ ਦਿਨ ਉੱਥੇ ਹਾਜ਼ਰ ਸਾਂ। ਤੇ ਅੱਜ ਇੱਕ ਵੱਡਾ ਚੈਨਲ ਦੇ ਰੂਪ 'ਚ ਵਿਕਸਿਤ ਹੋਇਆ, ਮੈਂ ਮੁਬਾਰਕ ਦਿੰਦਾ। ਔਰ ਨਾਲ ਦੀ ਨਾਲ ਇੱਕ ਇਸ ਸਾਰੇ ਕੁਝ ਵਾਸਤੇ ਆਪਣੀ ਸ਼ੁਭਕਾਮਨਾਵਾਂ ਦਿੰਦਾ। ਬਸੰਤਕੋਟ ਦੇ ਵਿੱਚ ਤੁਹਾਡਾ ਜਨਮ ਹੋਇਆ ਤੇ ਹੁਣ ਲੁਧਿਆਣਾ ਦੇ ਵਿੱਚ ਪੰਜਾਬ ਲੋਕ ਜਿਹੜੀ ਸੱਭਿਆਚਾਰ ਨੂੰ ਲੈ ਕੇ ਇੱਕ ਇੰਨੀ ਵੱਡੀ ਅਕੈਡਮੀ ਤੁਸੀਂ ਖੋਲ੍ਹੀ ਹੋਈ ਹੈ। ਤੇ ਇੱਕ ਜਿਹੜਾ ਸੁਪਨਾ ਹੁੰਦਾ ਨਾ ਇੱਕ ਛੋਟੇ ਜਿਹੇ ਬੱਚੇ ਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਵੈ, ਤੇ ਕਿਹੜੀ ਉਮਰ ਦੇ ਵਿੱਚ ਤੁਹਾਨੂੰ ਇਹ ਅਹਿਸਾਸ ਹੋਇਆ ਕਿ ਮੈਂ ਜਿਹੜੇ ਆਪਣੀ ਜ਼ਿੰਦਗੀ ਦੀ ਸੇਵਾ ਉਹ ਮੈਂ ਪੰਜਾਬੀ ਸੱਭਿਆਚਾਰ ਨੂੰ ਲੈ ਕੇ, ਪੰਜਾਬੀ ਸਾਹਿਤ ਨੂੰ ਲੈ ਕੇ ਆਪਣੀ ਜ਼ਿੰਦਗੀ ਦੀ ਸੇਵਾ ਮੈਂ ਅੱਗੇ ਲੈ ਕੇ ਜਾਣੀ? ਇਹ ਬੇਟੇ ਜਿਹੜਾ ਸੁਪਨੇ ਵਾਲੀ ਗੱਲ ਹੈ ਨਾ, ਇਹ ਸ਼ਹਿਰੀਆਂ ਦੇ ਨਕਸ਼ਿਆਂ ਵਰਗਾ ਤਾਂ ਹੁੰਦਾ ਨਹੀਂ ਵੀ ਇੱਕ ਨਕਸ਼ਾ ਬਣਾ ਲਓ, ਪਹਿਲਾਂ ਮਕਾਨ ਬਣਾ ਲਓ। ਅਸੀਂ ਉਹਨਾਂ ਪਿੰਡਾਂ 'ਚੋਂ ਆਏ ਆ ਵੀ ਜਿੱਥੇ ਮਤਲਬ ਇੱਕ ਕਮਰਾ ਹੁੰਦਾ ਸੀ ਘਰਾਂ ਦੇ ਵਿੱਚ, ਨਾਲ ਦੇ ਕਮਰੇ 'ਚ ਡੰਗਰ ਬੰਨੇ ਹੁੰਦੇ ਸੀ, ਮੁੰਡਾ ਵੱਡਾ ਵਿਆਹ ਗਿਆ, ਡੰਗਰਾਂ ਵਾਲੇ ਕਮਰੇ ਦੇ ਵਿੱਚ ਨਵਾਂ ਮੁੰਡਾ ਕੁੜੀ ਵਾੜਤਾ, ਅਗਲੇ ਕਮਰੇ 'ਚ ਡੰਗਰ ਬੰਨ੍ਹ ਲਏ। ਇਹ ਸਾਡੀ ਯੋਜਨਾਕਾਰੀ ਕੋਈ ਨਹੀਂ ਹੁੰਦੀ।
ਮੇਰੀ ਜ਼ਿੰਦਗੀ ਦੇ ਵਿੱਚ ਵੀ ਇਸ ਕਿਸਮ ਦੀ ਕੋਈ ਯੋਜਨਾ ਕਰ ਰਹੀ ਸੀ ਮੈਂ ਲੇਖਕ ਬਣਨਾ, ਮੈਂ ਸੱਭਿਆਚਾਰਕ ਕਾਮਾਂ ਬਣਨਾ, ਮੈਂ ਸੰਪਾਦਕ ਬਣਨਾ, ਕੀ ਬਣਨਾ। ਸੱਚੀ ਗੱਲ ਤਾਂ ਇਹ ਆ ਕਿ ਸਾਡੇ ਕੋਲੇ ਉਸ ਕਿਸਮ ਦਾ ਨਕਸ਼ਾ ਨਿਵੀਸੀ ਹੈ ਹੀ ਨਹੀਂ ਸਾਡੇ ਪੰਜਾਬੀਆਂ ਕੋਲ। ਇਹ ਤਾਂ ਹੁਣ ਰਿਵਾਜ ਪਿਆ ਕਿ ਮੁੰਡੇ ਨੂੰ ਕੀ ਬਣਾਉਣਾ, ਧੀ ਨੂੰ ਕੀ ਬਣਾਉਣਾ, ਇਹ ਤਾਂ ਹੁਣ ਰਿਵਾਜ ਪਿਆ, ਪਹਿਲਾਂ ਨਹੀਂ ਸੀ ਹੁੰਦਾ। ਇਹ ਪਹਿਲਾਂ ਤਾਂ ਹੁੰਦਾ ਸੀ ਵੀ ਖੁਦ ਰਹੋ, ਜਿਵੇਂ ਦਰਿਆ ਜਾਂਦਾ ਉਹਨੂੰ ਆਪਣੇ ਵਹਿਣ ਦਾ ਨਹੀਂ ਪਤਾ ਹੁੰਦਾ ਕਿੱਧਰ ਨੂੰ ਜਾਣਾ ਮੈਂ। ਬਾਕੀ ਤਾਂ ਨਹਿਰੀ ਕੰਮ ਹੈ ਨਾ ਸਾਰਾ ਹੁਣ ਜਿਹੜਾ ਹੋ ਰਿਹਾ ਕਿ ਪਾਣੀ ਨੂੰ ਕਿੱਧਰ ਨੂੰ ਚੈਨਲਾਈਜ਼ ਕਰਨਾ। ਸਾਡੇ ਬਚਪਨ ਵੇਲੇ ਦਾ ਜਿਹੜਾ ਮਾਹੌਲ ਸੀ ਉਹਦੇ 'ਚ ਬੋਰੀਆਂ ਵਾਲੇ ਸਕੂਲਾਂ 'ਚ ਪੜ੍ਹੇ ਸੀ ਲੋਕ। ਛੱਪੜ 'ਚ ਮੱਝ ਵਾਲ ਲਈ, ਉਹਦੇ ਬਹਾਨੇ ਨਹਾ ਕੇ ਨਿਕਲ ਆਏ। ਉਹ ਉਸੇ ਬਹਾਨੇ ਨਾਲ ਜਿੱਦਣ ਕਿਤੇ ਚਿੱਤ ਕੀਤਾ ਤੇ ਜਦੋਂ ਬਹੁਤੀ ਭੁੱਖ ਲੱਗੀ ਜਾਂ ਗੰਨੇ ਚੂਪ ਲਏ, ਗੋਂਗਲੂ ਖਾ ਲਏ, ਛੱਲੀਆਂ ਖਾ ਲਈਆਂ, ਜਾਂ ਅਸੀਂ ਮੂਲੀਆਂ ਪੁੱਟ ਕੇ ਖਾ ਲਈਆਂ। ਉਦੋਂ ਬਾਅਦ 'ਚ ਬੜਕਾ ਮਾਰਦੇ, ਕਬੱਡੀ ਖੇਡ ਲਈ। ਇਹ ਬੇਸਿਕਲੀ ਤਾਂ ਅਸੀਂ ਸਾਰੇ ਪੇਂਡੂ ਲੋਕ ਜਿਹੜੇ ਆ ਨਾ, ਥੋੜ੍ਹੇ ਬਹੁਤੇ ਫਰਕ ਨਾਲ ਇੱਕੋ ਜਿਹੇ ਮਾਹੌਲ ਦੇ ਵਿੱਚ ਪੈਦਾ ਹੁੰਦੇ ਆ, ਪਲਦੇ ਆ। ਔਰ ਉਹੀ ਸਾਡੀ ਕਿਸੇ ਵੇਲੇ ਸੀਮਾ ਸੀ, ਉਹੀ ਸਾਡੀ ਅੱਜ ਸ਼ਕਤੀ ਹੈ ਕਿ ਅਸੀਂ ਧੁੱਪਾਂ ਵੀ ਵੇਖੀਆਂ ਨੇ, ਛਾਵਾਂ ਵੀ ਵੇਖੀਆਂ ਨੇ। ਇਸੇ ਕਰਕੇ ਸਾਡੇ ਲਿਟਰੇਚਰ 'ਚੋਂ ਵੀ ਸਾਡੇ 'ਚੋਂ ਉਹੀ ਧੁੱਪਾਂ, ਛਾਵਾਂ, ਕੱਚੇ ਰਾਹ, ਧੂੜਾਂ, ਪੱਕੇ ਮਕਾਨ, ਸਕਾਈ ਸਕੇਪਰ ਜਿਹੜੇ ਨੇ, ਉਹ ਸਾਨੂੰ ਅੱਜ ਵੀ ਬਹੁਤਾ ਫਰਕ ਜਿਹਾ ਨਹੀਂ ਲੱਗਦਾ। ਮੈਂ ਤਾਂ ਕਈ ਤਾਂ ਇਹ ਗੱਲ ਕਹਿ ਵੀ ਦਿੰਦਾ ਬੜੇ ਖੁੱਲ੍ਹੇ ਰੂਪ 'ਚ ਕਹਿੰਦਾ ਕਿ ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ, ਸੱਚੀ ਆਡੇ ਥੋੜ੍ਹੇ ਵੇਲੇ ਸਾਨੂੰ ਬੜਾ ਕੰਮ ਆਇਆ। ਆਡਾਂ ਬੰਨਿਆਂ 'ਤੇ ਦੌੜਦੇ ਨਾ ਅਸੀਂ ਕਦੇ ਡਿੱਗੇ, ਸੰਗ ਮਰ ਉੱਤੇ ਸਾਨੂੰ ਤੁਰਨਾ ਨਾ ਆਇਆ। ਸਾਨੂੰ ਤਾਂ ਪੰਗਾ ਪੈ ਜਾਂਦਾ ਜਦੋਂ ਸਾਨੂੰ ਕੋਟ ਪੈਂਟ ਪਾਉਣਾ ਪੈ ਜਾਵੇ, ਸਾਨੂੰ ਤਾਂ ਲੱਗਦਾ ਵੀ ਅਸੀਂ ਫਸ ਗਏ। ਅਸੀਂ ਬੇਸਿਕਲੀ ਅਸੀਂ ਜਿਵੇਂ ਨਾ ਵੀ ਜੰਗਲ ਦੇਸ਼ ਦੇ ਵਿੱਚ ਮੋਰਨੀਆਂ ਤੇ ਮੋਰ ਨੱਚਦੇ ਨੇ, ਖੇਡਦੇ ਨੇ, ਗਾਉਂਦੇ ਨੇ। ਅਸਲ 'ਚ ਬੇਸਿਕਲੀ ਪੰਜਾਬੀ ਸੁਭਾਅ ਦਾ ਜਿਹੜਾ ਖੁੱਲ੍ਹ ਪਾਣਿਆ ਉਹ ਸਾਡੀਆਂ ਚੀਜ਼ਾਂ ਬੰਦੇਜਾਂ ਨੇ ਸਾਨੂੰ ਅਲਟੀਮੇਟਲੀ ਸੁੰਗੜਾ। ਅਸੀਂ ਛਾਂਗੇ ਗਏ ਹਾਂ, ਸਾਡੇ ਚਾਹ ਛਾਂਗੇ ਗਏ। ਅਸੀਂ ਖੁੱਲ੍ਹ ਕੇ ਹੱਸਦੇ ਹੀ ਨਹੀਂ। ਜੇ ਕਿਤੇ ਖੁੱਲ੍ਹ ਕੇ ਹੱਸ ਪਈਏ ਲੋਕ ਕਹਿੰਦੇ ਉਹ ਜੱਡ ਨੇ ਯਾਰ, ਇਹ ਪੇਂਡੂ ਨੇ ਯਾਰ, ਇਹ ਦੰਦੀਆਂ ਐਵੇਂ ਕੱਢੀ ਜਾਂਦੇ ਨੇ। ਅਤੇ ਜਿਹਨੇ ਦੰਦੀਆਂ ਹੈਗੀਆਂ ਉਹੀ ਕੱਢੂ, ਜਿਹਨੂੰ ਹੱਸਣ ਦੀ ਜਾਚ ਉਹੀ ਹੱਸੂ। ਸਾਨੂੰ ਤਾਂ ਟ੍ਰੈਜਡੀ ਹੁਣ ਪੁੱਤਰ ਇਹ ਹੋ ਗਈ ਵੀ ਨਾ ਸਾਨੂੰ ਰੋਣਾ ਆਉਂਦਾ, ਨਾ ਸਾਨੂੰ ਹੱਸਣਾ ਆਉਂਦਾ, ਕਿਉਂਕਿ ਅਸੀਂ ਇੰਨੇ ਹੋ ਗਏ ਹਾਂ। ਹੁਣ 37-38 ਸਾਲ ਮੈਂ ਯੂਨੀਵਰਸਿਟੀ ਕਾਲਜਾਂ 'ਚ ਪੜ੍ਹਾਇਆ। ਮੈਨੂੰ ਪਤਾ ਕਿ ਮੇਰੀ ਕੋਸ਼ਿਸ਼ ਇਹ ਰਹੀ ਕਿ ਜਿਹੜੇ ਮੇਰੇ ਸੰਪਰਕ 'ਚ ਆਏ ਵਿਦਿਆਰਥੀ ਨੇ ਉਹਨਾਂ ਨੂੰ ਮੈਂ ਜਿਉਣਾ ਸਿਖਾਵਾਂ, ਉਹਨਾਂ ਨੂੰ ਸਬਜੈਕਟ ਇਕੱਲਾ ਨਾ ਪੜ੍ਹਾਵਾਂ। ਅਸੀਂ ਉਹੀ ਤਾਂ ਵਸਾਰੀ ਬੈਠੇ ਹਾਂ। ਇਸ ਕਰਕੇ ਮੈਂ ਸਮਝਦਾ ਕਿ ਲਿਟਰੇਚਰ ਦਾ ਕੰਮ ਵੀ ਇਹੀ ਹੈ ਕਿ ਆਪਣੀ ਰਚਨਾ, ਚਾਹੇ ਮੈਂ ਗਜ਼ਲ ਲਿਖਾਂ, ਗੀਤ ਲਿਖਾਂ, ਕਵਿਤਾ ਲਿਖਾਂ, ਰੁਬਾਈ ਲਿਖਾਂ, ਕੁਛ ਵੀ ਲਿਖਾਂ, ਉਹ ਜ਼ਿੰਦਗੀ ਦਾ ਇੱਕ ਜੁਜ਼ ਹੋਵੇ, ਸਪੈਸੀਮਨ ਹੋਵੇ। ਉਹ ਚੰਗਾ ਜਾਂ ਮਾੜਾ ਇਹ ਫੈਸਲਾ ਵਕਤ ਨੇ ਕਰਨਾ ਜਾਂ ਪਾਠਕਾਂ ਨੇ ਕਰਨਾ। ਪਰ ਸਵਾਲ ਕੁੱਲ ਮਿਲਾ ਕੇ ਇਹ ਆ ਕਿ ਹਰ ਵੇਲੇ ਹਰ ਬੰਦਾ ਕ੍ਰੀਏਟਿਵ ਢੰਗ ਨਾਲ ਜੇ ਸੁਸਾਇਟੀ ਨੂੰ ਸਜਾਉਣ ਦੀ ਕੋਸ਼ਿਸ਼ ਕਰੇਗਾ ਤਾਂ ਜ਼ਿੰਦਗੀ ਹੁਸੀਨ ਹੋਵੇਗੀ। ਜੇ ਅਸੀਂ ਪੁਰਾਣੇ ਸਮੇਂ ਨੂੰ ਯਾਦ ਕਰਦੇ ਹਾਂ ਤਾਂ ਇਸ ਵਾਸਤੇ ਕਰਦੇ ਹਾਂ ਨਾ ਕਿ ਉਸ ਵਕਤ ਦੇ ਲੋਕਾਂ ਨੇ ਉਸ ਨੂੰ ਸੋਹਣਾ ਬਣਾਇਆ ਸੀ, ਅਤੇ ਜੇ ਸਾਡੇ ਹੁੰਦਿਆਂ ਅਸੀਂ ਜ਼ਿੰਦਗੀ ਭੈੜੀ ਬਣਾ ਲਈ ਅਤੇ ਫਿਰ ਇਹ ਤਾਂ ਮਤਲਬ ਸਾਡੀ ਕੰਟਰੀਬਿਊਸ਼ਨ ਤਾਂ ਭੈੜ ਵਧਾਉਣ 'ਚ ਹੀ ਹੈ ਨਾ। ਬਹੁਤ ਚੰਗੀਆਂ ਗੱਲਾਂ ਜਿਹੜੀਆਂ ਨੇ ਕੀਤੀਆਂ ਨੇ ਕਿ ਵੈਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਜਿਹੜਾ ਨੇ ਖੁੱਲ੍ਹ ਕੇ ਆਪਾਂ ਹੱਸ ਨਹੀਂ ਪਾਉਂਦੇ, ਲੇਕਿਨ ਜਿਹੜਾ ਪੰਜਾਬੀਆਂ ਦਾ ਦੇਸੀ ਪਾਣਾ ਨਾ ਉਹੀ ਹੁਣ ਪੂਰੇ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਪਸੰਦ ਕੀਤਾ ਜਾ ਰਿਹਾ। ਅਤੇ ਹੁਣ ਇਹ ਦੇਸੀ ਭਾਸ਼ਾ ਜਿਹੜੀ ਨੇ ਵਿਦੇਸ਼ਾਂ ਦੇ ਵਿੱਚ ਵੀ ਲੋਕ ਬੋਲਣਾ ਸ਼ੁਰੂ ਹੋ ਗਏ ਨੇ। ਤਾਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਇਸ ਰਚਨਾ ਦੇ ਲਈ ਜੋ ਤੁਸੀਂ ਲੋਕਾਂ ਦੇ ਲਈ ਪੇਸ਼ ਕੀਤੀ। ਤੁਹਾਡੀ 8 ਸਾਲ ਦੀ ਮਿਹਨਤ ਲੋਕਾਂ ਤੱਕ ਪਹੁੰਚੀ। ਇਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੀ ਇੱਕ ਭੈਣ ਹੈ, ਕੁੜੀ ਸਾਡੀ ਕਹਾਣੀਕਾਰ ਬੜੀ ਅੱਛੀ, ਪ੍ਰਵੇਸ਼ ਸੰਧੂ। ਉਹਦੀ ਇੱਕ ਧੀ ਸੀ, ਕੁੜੀ ਸਵੀਨਾ ਉਹਦਾ ਨਾਂ ਸੀ। ਉਹਦੀ ਨਾ ਕੈਂਸਰ ਨਾਲ ਜਵਾਨ ਉਮਰੇ ਮੌਤ ਹੋ ਗਈ ਸੀ, 26 ਸਾਲ ਦੀ ਸੀ। ਉੱਧਰੋਂ ਵਿਆਹ ਧਰਿਆ ਸੀ, ਉੱਧਰੋਂ ਉਹਦੀ ਮੌਤ ਹੋ ਗਈ। ਇਹ ਉਹਦੀ ਯਾਦ 'ਚ ਉਸਨੇ ਪਬਲੀਕੇਸ਼ਨ ਸ਼ੁਰੂ ਕੀਤੀ, ਸਵੀਨਾ ਦੀ ਯਾਦ 'ਚ। ਔਰ ਇਹ ਉਸਨੇ ਕਿਤਾਬ ਛਾਪੀ ਹੈ ਮੇਰੀ ਇਹ। ਔਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਇਹ ਆ ਕਿ ਪੰਜਾਬੀਆਂ ਨੂੰ ਆਪਣੇ ਚਾਅ ਲੈਣ 'ਚ, ਦੁੱਖ ਵੰਡਾਉਣ ਦੇ ਵਿੱਚ ਇਹ ਅੰਦਾਜ਼ ਅਪਣਾਉਣ ਦੀ ਲੋੜ ਹੈ। ਜੇ ਖੁਸ਼ੀ ਹੈ ਤਾਂ ਅਸੀਂ ਕਿਤਾਬਾਂ ਦਾ ਪ੍ਰਸ਼ਾਦ ਵੰਡੀਏ, ਜੇ ਦੁੱਖ ਹੈ ਤਾਂ ਸ਼ਬਦ ਦਾ ਸਹਾਰਾ ਜੇ ਲੈਂਦੇ ਹਾਂ ਅਸੀਂ ਆਪਣੇ ਦੁੱਖ ਨੂੰ ਘਟਾਉਣ ਵਾਸਤੇ, ਤਾਂ ਗਿਆਨ ਪ੍ਰਸਾਰ ਦਾ ਕੰਮ ਕਰੀਏ। ਹੁਣ ਅਸੀਂ ਸਮਾਨ ਪ੍ਰਸਾਰ ਦਾ ਕੰਮ ਕਰ ਰਹੇ ਹਾਂ, ਅਸੀਂ ਪਦਾਰਥ ਦੀ ਗੁਲਾਮੀ ਕਰ ਰਹੇ ਹਾਂ। ਪਰਮਾਰਥ ਸਾਨੂੰ ਭੁੱਲ ਭੁਲਾਈ ਗਿਆ। ਸਾਡਾ ਤਾਂ ਪਰਮਾਰਥ ਹੀ ਸ਼ਬਦ ਸੱਭਿਆਚਾਰ ਹੈ। ਸੋ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਕੱਲਾ ਇਹ ਨਹੀਂ ਕਿ ਮੇਰੀ ਕਿਤਾਬ ਹੈ ਤਾਂ ਮੈਨੂੰ ਚੰਗੀ ਆਖਾਂ। ਮੈਂ ਕਹਿੰਦਾ ਹਰ ਪੰਜਾਬੀ ਨੂੰ ਹਰ ਖੁਸ਼ੀ ਦੇ ਮੌਕੇ 'ਤੇ ਕੋਈ ਨਾ ਕੋਈ ਕਿਤਾਬ ਜ਼ਰੂਰ ਡਿਸਟਰੀਬਿਊਟ ਕਰਨੀ ਚਾਹੀਦੀ ਹੈ, ਤਾਂ ਕਿ ਉਸ ਨੂੰ ਜਿਹੜੀ ਜਿਉਣਯੋਗ ਸੁਸਾਇਟੀ ਹੈ ਉਹਨੂੰ ਕੋਈ ਕੰਟਰੀਬਿਊਸ਼ਨ ਬਣ ਸਕੇ ਉਹਦੀ। ਚੰਗੀ ਜਿਹੜੀ ਗੱਲ ਤੁਸੀਂ ਬੋਲੀ। ਅਸੀਂ ਅਕਸਰ ਹੀ ਸਵਾਲ ਕਰਦੇ ਹਾਂ ਕਿ ਸੱਭਿਆਚਾਰ ਨੂੰ ਕਿਵੇਂ ਲੋਕਾਂ ਤੱਕ ਪਹੁੰਚਾਇਆ ਜਾਵੇ, ਕੀ ਉਪਰਾਲਾ ਕੀਤਾ ਜਾਵੇ, ਲੇਕਿਨ ਜਵਾਬ ਬਹੁਤ ਘੱਟ ਲੋਕਾਂ ਦੇ ਕੋਲ ਹੁੰਦੇ। ਅਤੇ ਇੱਕ ਬਹੁਤ ਹੀ ਚੰਗਾ ਜਵਾਬ ਜਿਹੜਾ ਹੈਗਾ ਕਿ ਅਗਰ ਅਸੀਂ ਆਪਣੀ ਖੁਸ਼ੀ ਦੇ ਮੌਕੇ 'ਤੇ ਜਾਂ ਗਮ ਦੇ ਮੌਕੇ 'ਤੇ ਗਿਆਨ ਜਿਹੜਾ ਲੋਕਾਂ ਨੂੰ ਵੰਡੀਏ, ਉਹਨਾਂ ਦੇ ਨਾਲ ਆਪਣਾ ਸੁੱਖ ਦੁੱਖ ਕੁਝ ਇਸ ਤਰੀਕੇ ਨਾਲ ਸਾਂਝਾ ਕਰੀਏ ਕਿ ਆਪਾਂ ਮਟੀਰੀਅਲਿਸਟਿਕ ਚੀਜ਼ਾਂ ਨੂੰ ਛੱਡ ਕੇ ਆਪਣੀ ਗਿਆਨ, ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ, ਕਿਤਾਬਾਂ ਜਿਹੜੀਆਂ ਨੇ ਇੱਕ ਦੂਸਰੇ ਦੇ ਨਾਲ ਸਾਂਝੀਆਂ ਕਰੀਏ, ਇੱਕ ਦੂਸਰੇ ਨੂੰ ਹੋਰ ਅੱਗੇ ਵਧਣ ਦੇ ਵਿੱਚ ਮਦਦ ਕਰੀਏ, ਤਾਂ ਇੱਕ ਬਹੁਤ ਚੰਗਾ ਉਪਰਾਲਾ ਜਿਹੜਾ ਹੋ ਸਕਦਾ, ਜਿਸ ਦੇ ਨਾਲ ਅਸੀਂ ਆਪਣੇ ਸੱਭਿਆਚਾਰ ਨੂੰ ਵੀ ਆਪਣੇ ਨਾਲ ਜ਼ਿੰਦਗੀ ਦੇ ਹਰ ਸਫ਼ਰ ਦੇ ਵਿੱਚ ਲੈ ਕੇ ਤੁਰ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਮੁਲਾਕਾਤ ਕਰਨ ਦੇ ਲਈ ਤੇ ਤੁਹਾਡੀਆਂ ਇਹਨਾਂ ਚੰਗੀਆਂ ਗੱਲਾਂ
ਬਹੁਤ ਮਿਹਰਬਾਨੀ ਬੱਚੇ। ਮੈਂ ਫਿਰ ਇਹੀ ਗੱਲ ਕਹਾਂਗਾ ਕਿ ਅੱਜ ਪੰਜਾਬ ਭਵਨ ਦੀ ਜਿਹੜੀ ਇਹਨਾਂ ਨੇ ਇਕਾਈ ਜਲੰਧਰ 'ਚ ਸਥਾਪਿਤ ਕਰਨ ਲੱਗੇ ਨੇ ਗ੍ਰੀਨ ਕਾਉਂਟੀ ਦੇ ਵਿੱਚ, ਉਹ ਸਿਰਫ ਇੱਕ ਸਮਝ ਲਓ ਕਿ ਇੱਕ ਕਲਮ ਲਾ ਰਹੇ ਨੇ ਇੱਥੇ। ਉਹ ਉਸ ਨੂੰ ਅਸੀਂ ਲਗਾਤਾਰ ਪਾਣੀ ਵੀ ਪਾਉਣਾ, ਉਹਦੀ ਕਾਂਟ ਛਾਂਟ ਵੀ ਇਸ ਹਿਸਾਬ ਨਾਲ ਕਰਨੀ ਕਿ ਮੈਨੂੰ ਮੋਟੇ ਫੁੱਲ ਲੱਗਣ, ਔਰ ਸੁਸਾਇਟੀ ਦੇ ਜਿੰਨੇ ਵੀ ਸੈਗਮੈਂਟ ਜਲੰਧਰ 'ਚ ਵਸਦੇ ਨੇ, ਬਾਕੀ ਪੰਜਾਬ 'ਚ ਵਸਦੇ ਨੇ, ਉਹਨਾਂ ਨੂੰ ਇਹਨਾਂ ਸਾਰੇ ਕਾਰਜਾਂ ਨਾਲ ਜੁੜਨਾ ਚਾਹੀਦਾ, ਆਪਣਾ ਕੰਟਰੀਬਿਊਸ਼ਨ ਪਾਉਣਾ ਚਾਹੀਦਾ। ਸ਼ਬਦ ਵਾਲੇ ਸ਼ਬਦ ਪਾਉਣ, ਰਾਗ ਵਾਲੇ ਰਾਗ ਪਾਉਣ, ਰੰਗਾਂ ਵਾਲੇ ਰੰਗ ਪਾਉਣ, ਔਰ ਜਿਹੜੇ ਸਮਾਜਿਕ ਕਾਰਕੁਨ ਨੇ, ਖਾਸ ਕਰਕੇ ਸੁਸਾਇਟੀ ਦੇ ਵਿਕਾਸ ਵਾਸਤੇ ਫਿਕਰਮੰਦ ਲੋਕ ਨੇ, ਜੇ ਵਿਗਿਆਨ ਦੇ ਰੂਪ 'ਚ ਕੋਈ ਪਾ ਸਕਦਾ ਉਹ ਪਾਵੇ, ਜੇ ਕੋਈ ਮੈਡੀਸਨ ਦੇ ਰੂਪ 'ਚ ਪਾ ਸਕਦਾ ਉਹ ਪਾਵੇ। ਬਹੁਤ ਸਾਰੇ ਆਈ ਸਰਜਨਸ ਐਸੇ ਨੇ ਜਿਹੜੇ ਮਤਲਬ ਇਹਨਾਂ ਦੀ ਸੁਸਾਇਟੀ ਦਾ ਹਿੱਸਾ ਬਣੇ ਹੋਏ ਨੇ, ਉਹਨਾਂ ਦਾ ਮਦਦਗਾਰ ਬਣਨ, ਅਸੀਂ ਉਹਨਾਂ ਦੇ ਬਣੀਏ। ਅਸੀਂ ਕੁੱਲ ਮਿਲਾ ਕੇ ਜਿੰਨਾ ਚਿਰ ਜਿਉਂਦੇ ਹਾਂ ਉਹਨਾਂ ਚਿਰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜਿੰਨੇ ਕੁ ਵੱਧ ਤੋਂ ਦੁੱਖ ਘਟਾ ਸਕਦੇ ਹਾਂ ਉਹਨੇ ਘਟਾਈਏ ਅਤੇ ਜਿਉਣਯੋਗ ਜ਼ਿੰਦਗੀ ਨੂੰ ਗਰੰਟੀ ਕਰੀਏ। ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡੀਆਂ ਇਹਨਾਂ ਗੱਲਾਂ ਨੂੰ ਸੁਣ ਕੇ। ਆਮ ਸ਼ੋਰ ਕਿ ਜਿੰਨੇ ਵੀ ਸਾਡੇ ਦਰਸ਼ਕ ਨੇ ਉਹ ਆਪਣੀ ਜ਼ਿੰਦਗੀ ਨੂੰ ਇੱਕ ਨਵੇਂ ਤਰੀਕੇ ਦੇ ਨਾਲ ਜਿਉਣ ਦਾ ਜ਼ਰੂਰ ਸੋਚਦੇ ਹੋਣਗੇ ਕਿ ਆਪਾਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਸਹੀ ਰਾਹ ਵੱਲ ਲੈ ਕੇ ਜਾ ਸਕਦੇ ਅਤੇ ਲੋਕਾਂ ਨੂੰ ਵੀ ਆਪਣੇ ਜ਼ਰੀਏ ਗਿਆਨ ਜਿਹੜਾ ਉਹ ਵੰਡ ਸਕਦੇ ਹਾਂ। ਸ਼ੁਕਰੀਆ ਸਾਡੇ ਨਾਲ ਮੁਲਾਕਾਤ ਕਰਨ ਦੇ ਲਈ ਅਤੇ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਕਿਤਾਬ। ਮਿਹਰਬਾਨੀ ਬੇਟੇ ਪੂਨ, ਬਹੁਤ ਮਿਹਰਬਾਨੀ, ਬਹੁਤ ਚੰਗਾ ਲੱਗਿਆ ਬੱਚੇ। ਫਿਰ ਮਿਲਾਂਗੇ। ਥੈਂਕ ਯੂ ਜੀ, ਥੈਂਕ ਯੂ। सब्सक्राइब our channel and press the bell icon ताकि कोई भी नवी अपडेट तुझे बिल्कुल भी मिस ना करो।